ਮਾਈਕਰੋਸਾਫਟ ਦੇ ਵਿੱਚ 2.5 ਮਹੀਨੇ ਦੇ ਕਰੀਬ ਟ੍ਰੇਨਿੰਗ ਲੈਤੀ ਸੀ। ਉਸ 2.5 ਮਹੀਨੇ ਵਿੱਚ ਮੈਨੂੰ ਇਹ ਲੱਗਿਆ ਕਿ ਹਾਲਾਂਕਿ ਮੇਰਾ ਕੰਮ ਕਾਫੀ ਸਰਾਹਿਆ ਗਿਆ, ਕਾਫੀ ਅੱਛਾ ਰਿਹਾ, ਪਰ ਮੈਂ ਇਹ ਦੇਖਿਆ ਵੀ ਜੋ ਇੱਕ ਸੈਟਿਸਫੈਕਸ਼ਨ ਆਉਂਦੀ ਹੈ ਨਾ ਵੀ ਆਹ ਕਰਨ ਤੋਂ ਬਾਅਦ ਮੈਨੂੰ ਅੱਜ ਅੱਛਾ ਲੱਗਿਆ। ਮਾਈਕਰੋਸਾਫਟ ਦੇ ਵਿੱਚ ਈਵਨ ਜਦੋਂ ਮੇਰੇ ਕੰਮ ਦੀ ਤਾਰੀਫ ਹੋਈ ਤਾਂ ਮੈਨੂੰ ਆਏ ਨਹੀਂ ਲੱਗਿਆ ਵੀ ਮੈਂ ਬਹੁਤ ਕੁਛ ਅਚੀਵ ਕੀਤਾ। ਤਾਂ ਮੈਂ ਦੇਖਿਆ ਵੀ ਫਿਰ ਮੈਨੂੰ ਇਹ ਕਿਹਾ ਗਿਆ ਵੀ ਤੂੰ ਆਪਣੀ ਨੇਚਰ ਦੇਖ, ਤੈਨੂੰ ਖੁਸ਼ੀ ਕਿਸ ਚੀਜ਼ ਤੋਂ ਮਿਲਦੀ ਹੈ। ਮੈਨੂੰ ਲੋਕਾਂ ਨਾਲ ਜੁੜਨ ਨਾਲ, ਕਿਸੇ ਸੋਸ਼ਲ ਕਾਜ਼ 'ਤੇ ਕੰਮ ਕਰਨ ਨਾਲ ਬਹੁਤ ਅੱਛਾ ਲੱਗਦਾ ਸੀ। ਫਿਰ ਇੱਕ UPSC ਮੈਨੂੰ ਇਹੋ ਜਿਹਾ ਮਾਧਿਅਮ, ਇਹੋ ਜਿਹਾ ਪਲੈਟਫਾਰਮ ਲੱਗਿਆ ਜਿਸ ਨਾਲ ਮੈਂ ਉਹ ਕੰਮ ਹੋਰ ਅੱਛੀ ਤਰ੍ਹਾਂ ਹੋਰ ਲੋਕਾਂ ਨੂੰ ਰੀਚ ਕਰ ਸਕਦੀ ਹਾਂ। ਐਕਚੁਅਲੀ ਮੈਂ ਉਦੋਂ ਪਾਪਾ ਨੂੰ ਫ਼ੋਨ ਲਗਾ ਕੇ ਪੁੱਛਿਆ ਕਿ ਪੈਕੇਜ ਬਹੁਤ ਅੱਛਾ ਹੈ, ਪਰ ਮੈਨੂੰ ਉਨਾ ਮਜ਼ਾ ਨਹੀਂ ਆ ਰਿਹਾ, ਮੈਨੂੰ ਉਨਾ ਅੱਛਾ ਨਹੀਂ ਲੱਗ ਰਿਹਾ, ਕਿਉਂਕਿ ਉਸ ਟਾਈਮ ਮੈਨੂੰ ਲੱਗਦਾ ਸੀ ਕਿ ਪਾਪਾ ਕਹਿਣਗੇ ਨਹੀਂ ਨਹੀਂ ਜੋਬ ਤਾਂ ਲੱਗ ਹੀ ਕਰੋ, ਉਹਨੂੰ ਵਧੀਆ ਪੈਕੇਜ ਮਿਲ ਰਿਹਾ, ਤੁਹਾਨੂੰ ਹੋਰ ਕੀ ਚਾਹੀਦਾ। ਕਿਉਂਕਿ ਅਲਟੀਮੇਟਲੀ ਇੰਜੀਨੀਅਰਸ ਦਾ ਇੱਕ ਉਸ ਟਾਈਮ 'ਤੇ ਏਮ ਇਹੀ ਰਹਿੰਦਾ ਸੀ ਵੀ ਤੁਹਾਨੂੰ ਨੌਕਰੀ ਮਿਲ ਗਈ, ਪੈਕੇਜ ਮਿਲ ਗਿਆ, ਗੱਲ ਖਤਮ ਹੋ ਗਈ, ਅੱਗੇ ਕੰਮ ਕਰੋ। ਤਾਂ ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮੇਰੇ ਪਾਪਾ ਨੇ ਕਿਹਾ ਨਹੀਂ ਕੋਈ ਗੱਲ ਨਹੀਂ, ਛੱਡ ਦਿਓ, ਅਗਰ ਜੀ ਨਹੀਂ ਲੱਗ ਰਿਹਾ ਕੀ ਖਾਸ ਗੱਲ ਹੈ, ਤੇਰੀ ਜ਼ਿੰਦਗੀ ਹੈ, ਜੋ ਚੀਜ਼ 'ਚ ਤੈਨੂੰ ਖੁਸ਼ੀ ਮਿਲਦੀ ਹੈ ਉਹ ਤੂੰ ਕਰ, ਅਤੇ ਉਸ ਫੈਸਲੇ 'ਚ ਅਸੀਂ ਤੇਰੇ ਨਾਲ ਹੈ, ਤੂੰ ਕੁਛ ਵੀ ਕਰਨਾ ਹੈ। ਮੈਂ ਪਹਿਲਾਂ ਸੋਚਿਆ PhD ਕਰਨੀ ਹੈ, ਪਰ ਇਹ ਸੀ ਕਿ ਪਾਪਾ ਨੇ ਹਮੇਸ਼ਾ ਇਹ ਕਿਹਾ ਵੀ ਤੈਨੂੰ ਕਲੈਰਿਟੀ ਹੋਣੀ ਚਾਹੀਦੀ ਹੈ। ਜੇ ਤੂੰ PhD ਵੀ ਕਰਨਾ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਵੀ ਤੂੰ ਕਿਉਂ ਕਰਨਾ ਹੈ ਜਾਂ ਕਿਉਂ ਛੱਡ ਰਹੀ ਹੈ, ਜਾਂ ਜੋਬ ਕਿਉਂ ਛੱਡ ਰਹੀ ਹੈ। ਅਤੇ ਜੇ ਤੂੰ UPSC ਵੱਲ ਵੀ ਜਾਣਾ ਤਾਂ ਤੇਰੇ ਕੋਲ ਸੋਲਿਡ ਰੀਜ਼ਨ ਹੋਣਾ ਚਾਹੀਦਾ, ਕਿਉਂਕਿ ਫੈਮਿਲੀ ਦਾ ਸਪੋਰਟ ਸਹੀ ਵੀ ਹੁੰਦਾ ਅਤੇ ਗਾਈਡੈਂਸ ਵੀ ਨਾਲ ਨਾਲ ਹੁੰਦੀ ਹੈ। ਤਾਂ ਪਾਪਾ ਦਾ ਇੱਕ ਉਹ ਬਹੁਤ ਰਿਹਾ, ਫੈਮਿਲੀ ਦਾ ਵੀ ਸਹੀ ਫੈਸਲਾ ਵੀ ਲਓ, ਤੁਸੀਂ ਸਹੀ ਵੀ ਲਓ, ਪਰ ਜਿਹੜਾ ਵੀ ਅਲਟੀਮੇਟਲੀ ਤੁਸੀਂ ਡਿਸਾਈਡ ਕਰ ਲਿਓ ਅਸੀਂ ਤੁਹਾਡੇ ਨਾਲ। ਫਿਰ ਇਹ ਡਿਸੀਜਨ ਵੀ ਕਾਫੀ ਅਸੀਂ ਵਿਚਾਰ ਕੀਤਾ, ਸਾਰੇ ਘਰ ਵਾਲੇ ਬੈਠੇ ਵੀ ਕਿਹੜਾ ਇੰਟਰਸਟ ਕਿਸ ਵੇਲੇ ਆਪਣਾ ਹੈ। ਤਾਂ ਮੈਂ ਦੇਖਿਆ ਕਿ ਅੱਛਾ ਮੈਨੂੰ ਐਗਜ਼ੀਕਿਊਟਿਵ ਸਾਈਡ, ਮੈਨੂੰ ਐਜੂਕੇਸ਼ਨ, ਮੈਨੂੰ ਹੈਲਥ ਵਾਲਾ ਸਾਈਡ ਉਹ ਜ਼ਿਆਦਾ ਪਸੰਦ ਆ ਰਿਹਾ। ਪਰ ਇਹ ਵੀ ਦੇਖਿਆ ਜਿਹੜਾ ਲਾਅ ਹੈ ਉਹ ਮੇਰੇ ਨਾਲ ਹੀ ਰਹੂਗਾ, ਹਰ ਜਿਹੜੀ ਵੀ ਚੀਜ਼ ਹੈ, IAS ਹੈ, ਕਿਹੜੀ ਵੀ ਸਰਵਿਸ ਮੈਨੂੰ ਮਿਲਦੀ, ਲਾਅ ਦਾ ਇੱਕ ਇੰਪੋਰਟੈਂਟ ਕੰਪੋਨੈਂਟ ਹੀ ਰਹਿਣਾ ਸੀ। ਫਿਰ ਮੈਨੂੰ ਲੱਗਿਆ ਜਦ ਇਸ ਸਰਵਿਸ 'ਚ ਮੈਨੂੰ ਲਾਅ ਵੀ ਮਿਲ ਰਹੀ ਹੈ ਅਤੇ ਮੈਨੂੰ ਜਿਹੜੇ ਐਗਜ਼ੀਕਿਊਟਿਵ ਵਾਲਾ ਰੋਲ ਹੈ ਉਹ ਵੀ ਮਿਲੂਗਾ, ਤਾਂ ਮੈਂ ਸੋਚਿਆ ਇਹ ਜਿਹੜਾ ਬੈਸਟ ਆਫ ਬੋਥ ਵਰਲਡਸ ਵਾਲੀ ਗੱਲ ਹੋ ਗਈ ਸੀ ਮੇਰੇ ਨਾਲ। ਅਜੀਤ ਵੈਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਨਰਿੰਦਰ ਅਰੋੜਾ ਬਰਨਾਲੇ ਤੋਂ। ਅੱਜ ਅਸੀਂ ਖੜੇ ਹਾਂ ਬਰਨਾਲਾ ਦੇ ਉਸ ਭਦੌੜ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਬਲਕਿ 6 ਬੱਚਿਆਂ ਨੇ UPSC ਪ੍ਰੀਖਿਆ ਕਲੀਅਰ ਕਰਕੇ ਬਰਨਾਲੇ ਜ਼ਿਲ੍ਹੇ ਦਾ ਨਹੀਂ, ਆਪਣੇ ਮਾਂ-ਬਾਪ ਦਾ ਹੀ ਨਹੀਂ, ਪੂਰੇ ਪੰਜਾਬ ਦਾ ਨਾਮ ਜਿਹੜਾ ਹੈਗਾ ਦੇਸ਼ ਦੇ ਵਿੱਚ ਰੋਸ਼ਨ ਕੀਤਾ ਹੈ। ਆਪਾਂ ਉਸੇ ਪਰਿਵਾਰ ਦੇ ਬੱਚਿਆਂ ਨਾਲ ਗੱਲ ਵੀ ਕਰਾਂਗੇ ਅੱਜ, ਜਿੱਥੇ ਕਿ ਭਦੌੜ ਪਹੁੰਚਣ 'ਤੇ ਉਹਨਾਂ ਦਾ ਢੋਲ ਢਮਾਕੇ ਨਾਲ ਸਵਾਗਤ ਵੀ ਕੀਤਾ ਗਿਆ ਅਤੇ ਪੂਰੀ ਖੁਸ਼ੀ ਦਾ ਮਾਹੌਲ ਹੈ। ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵੀ ਕਿਸ ਜਿਹੜਾ ਹੈਗਾ ਵੀ ਇਹ ਕਿਸ ਤਰ੍ਹਾਂ ਇਸ ਮੁਕਾਮ ਤੱਕ ਪਹੁੰਚੇ ਹੈ ਅਤੇ ਕੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ। ਆਓ ਚੱਲੀਏ। ਅੱਜ ਅਸੀਂ ਉਸੇ ਪਰਿਵਾਰ ਦੇ ਮੈਂਬਰ, ਸਿਵਲ ਪ੍ਰੀਖਿਆ ਕਲੀਅਰ ਕਰਨ ਵਾਲੇ ਜੋ ਕਿ IAS ਹਨ, ਦੀਪਕ ਤਿਵਾਰੀ ਜੀ, ਉਹਨਾਂ ਨਾਲ ਜੁੜੇ ਹੋਏ ਹਾਂ। ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਕੀ ਕਹਿਣਾ ਚਾਹੁੰਦੇ ਹਨ। ਦੀਪਕ ਜੀ, ਪਹਿਲਾਂ ਤਾਂ ਅਜੀਤ ਵੈਬ ਦੇ ਵਿੱਚ ਤੁਹਾਡਾ ਸਵਾਗਤ ਹੈ। ਥੈਂਕ ਯੂ ਸੋ ਮਚ। ਥੈਂਕ ਯੂ। ਜਿਹੜਾ UPSC ਪ੍ਰੀਖਿਆ ਕਹਿ ਰਹੇ ਹਾਂ ਆਪਾਂ, UPSC ਕਲੀਅਰ ਕਰਨਾ ਇੱਕ ਬੜੀ ਵੱਡਾ, ਇੱਕ ਜਿਵੇਂ ਕਹਿੰਦੇ ਆ ਵੀ ਇੱਕ ਬੜਾ ਵੱਡਾ ਮੁਕਾਮ ਹਾਸਲ ਕਰਨਾ ਮੰਨਿਆ ਜਾਂਦਾ ਹੈ, ਪਰ ਤੁਸੀਂ ਇਹ UPSC ਪ੍ਰੀਖਿਆ ਕਲੀਅਰ ਕੀਤੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? एक्चुअली पहले तो मैं बहुत शुक्रिया अदा करना चाहूँगा आपका इस मंच पे लाने के लिए। और UPSC जो परीक्षा है उसमें सबसे पहले तो आपका 3 स्टेजेस होती हैं, तो प्रीलिम्स, मेंस और इंटरव्यू स्टेज होती है। तो आपको तैयारी जो करनी होती है उन 3 स्टेजेस की एक साथ ही करनी होती है, इंटीग्रेटेड तैयारी। तो हम तो इस मामले में लकी रहे हैं कि हमारे घर वालों से काफ़ी सपोर्ट मिला हुआ था। मम्मी, हमारी पापा जो हैं वो गवर्नमेंट सर्विस में ही थे, और मेरे जो ब्रदर हैं वो भी गवर्नमेंट सर्विस में ही थे, और मेरे चाचा जी भी बाहर एक मल्टीनेशनल कंपनी में काम करते हैं। प्लस हमारी जो मम्मी जी हैं और चाची और दादाजी सब ने बहुत ज़्यादा सपोर्ट किया, जिस कारण से हमें बहुत ज़्यादा रुकावटें उस सेंस में, मतलब कि प्रिपरेशन के सेंस में तो ज़्यादा आई नहीं रुकावटें। बस यही था कि थोड़ा सा पहले एग्ज़ाम के बारे में जानना है। अगर आप एग्ज़ाम की तैयारी कर रहे हैं तो आपको एग्ज़ाम क्या है, कैसे है, क्या चीज़ें पढ़नी हैं, क्या चीज़ें नहीं पढ़नी हैं, ये सबसे इम्पोर्टेंट है। बिकॉज़ आज इंटरनेट के टाइम पे, जैसे पहले जब एग्ज़ाम होता था तो उसमें इंटरनेट का उतना ज़्यादा रोल नहीं था, आज से 15 साल पहले या 10 साल पहले। बट अब इतना ज़्यादा इन्फॉर्मेशन का भंडार है हमारे पास कि आपको ये भी फ़िल्टर आउट करना है कि आपको क्या पढ़ना है और क्या नहीं पढ़ना है। तो उस मामले में थोड़े बहुत चैलेंजेस आए, फिगर आउट करने में कुछ टाइम लगा। एक बार फिगर आउट कर लिया, एक बार जान लिया कि ऐसे पढ़ना है, ये चीज़ पढ़नी है, ये चीज़ पे ज़्यादा फोकस करना है, तो उसके बाद फिर
पढ़ना आसान हो गया और सबके सपोर्ट के साथ ये एग्ज़ाम हम क्लियर कर पाए, इसके लिए हम बहुत ज़्यादा सौभाग्यशाली हैं। कहाँ से लगा आपको भी मुझे आईएएस बनना चाहिए या यूपीएससी की परीक्षा क्लियर करनी चाहिए, क्योंकि एग्ज़ाम तो और भी बहुत हैं? एक्चुअली हम आईआईटी गुवाहाटी में बीटेक किया था मैंने, उसके बाद आईआईटी दिल्ली से मास्टर्स किया हुआ है, पोस्ट ग्रेजुएशन। तो उसमें क्या है कि मतलब गवर्नमेंट सिस्टम के पार्ट हम 2009 से ही मैं उसका पार्ट रहा हूँ। तो हमने ये देखा हुआ है कि कैसे गवर्नमेंट जो है वो सपोर्ट करती है और कैसे फ़ायदा होता है कि गवर्नमेंट इंस्टीट्यूशन आईआईटी जैसे प्रेस्टिजियस इंस्टीट्यूशन में पढ़ के देश के लिए काफ़ी ज़्यादा काम करने की प्रेरणा मिली वहाँ से। वहाँ पे माहौल भी ऐसा था, पूरा गुवाहाटी में भी, दिल्ली में भी माहौल ऐसा था कि आप अच्छे से तैयारी कर पाओ, बाकी लोगों से इंटरेक्ट कर पाओ, तो उनसे भी बहुत ज़्यादा इंस्पिरेशन मिली। उसके अलावा बचपन से ही कुछ ऐसा करने की इच्छा थी कि देश को कुछ देना, समाज को कुछ देना, कुछ फ़ायदा पहुँचाना और कुछ भी ऐसा कंट्रीब्यूशन करना जिससे कि किसी को फ़ायदा पहुँचे। मतलब हमारी जो हम अगर कुछ काम कर रहे हैं उससे लोगों को फ़ायदा पहुँचे, किसी भी फील्ड में, चाहे वो आपका एजुकेशन का फील्ड हो या हेल्थ का फील्ड हो या विमेन चाइल्ड डेवलपमेंट वाला फील्ड हो, किसी भी फील्ड में काम करने में हमारा ये इंटरेस्ट था। तो गवर्नमेंट सिस्टम का पार्ट रह के ये करना बहुत आसान है, क्योंकि हमको पता ही है कि गवर्नमेंट जो है वो सारे मतलब एक ऐसा माध्यम है जिससे कि सारे के सारे लोगों को पहुंच सकती है बहुत इजीली। कोई भी विभाग हो, चाहे वो पंचायती राज विभाग हो, चाहे वो म्यूनसिपल विभाग हो, कोई भी विभाग हो, तो रोज़ हम लोग गवर्नमेंट के साथ इंटरेक्ट करते हैं। लोगों के पास पहुंचने का सबसे आसान ज़रिया है और लोगों की ज़िंदगियों में बदलाव लाने का सबसे अच्छा ज़रिया है। इसलिए हमने सोचा कि इस आईएएस का एग्ज़ाम दे के, क्योंकि आईएएस बन के एज अ एसडीएम और एज एडिशनल कलेक्टर और एज अ कलेक्टर आगे जाके सेक्रेटरी लेवल पे जाके आप बहुत ज़्यादा लोगों को लाइफ में इम्पैक्ट ला सकते हो। तो इसलिए ये एग्ज़ाम देने का हमने डिसीजन लिया था। जैसे आज की नौजवान पीढ़ी की बात कर रही हैं, आपने बहुत अच्छा बताया भी मैं भी बदलाव लाना चाहता था या कुछ भी, मतलब मेरा एक रोड मैप था भी मैंने ये करना है। पर नौजवान पीढ़ी जो है नशे की दलदल में धंसती जा रही है, उसको आप क्या संदेश देना चाहेंगे? अभी तो हमारा ये मानना है इस बारे में कि आजकल के टाइम पे इंटरनेट के माध्यम से या फिर आपका आसपास की सराउंडिंग से इतने ज़्यादा डिस्ट्रैक्शंस हो चुके हैं कि जो युवा पीढ़ी है उनके लिए, जैसे आज से 15 साल पहले, 20 साल पहले इस तरह के डिस्ट्रैक्शंस रिलेटिवली कम थे। उस समय भी थे बट कंपैरेटिवली आजकल के टाइम से कम थे। बट अब तो इतना ज़्यादा डिस्ट्रैक्शंस हो चुके हैं, तो युवा पीढ़ी का भटक जाना थोड़ा सा वेरी मतलब थोड़ा डिसअपॉइंटिंग तो है ही। उससे सबसे इम्पोर्टेंट जो पहल हम कर सकते हैं एक तरह से नशा मुक्ति के क्षेत्र में या फिर ड्रग्स को छुड़ाने के क्षेत्र में, वो ये है कि जो आजकल की पीढ़ी है उसको आप मीनिंगफुली इंटरेक्ट करना उनके साथ। तो मतलब ये तो हमने देखा ही हुआ है, हमारी जो 140 करोड़ की आबादी है, हम लोग आज के दिन में सबसे ज़्यादा आबादी वाला देश है हमारा, और हम चाहें तो अगले 30 साल 40 साल में बहुत ऊंचाइयां हासिल कर सकते हैं। तो आज के टाइम पे सबसे इम्पोर्टेंट है कि उनको इंगेज करें और उनको इस बात का मतलब उनके अंदर पोटेंशियल बहुत ज़्यादा है। तो जैसे आज हम लोग डिस्कस कर ही रहे थे कि हर घर में कोई ना कोई प्रतिभाशाली युवा तो होगा ही होगा, बस उसको डायरेक्शन की ज़रूरत है, उसको एक रास्ते की ज़रूरत है। एक बार वो रास्ता, वो डायरेक्शन उसको मिल जाए, डेफिनेटली मैं मानता हूँ कि इंडिया में इतनी प्रतिभा इतनी ज़्यादा है कि हर युवा जो है वो जो चाहे वो कर सकता है। चाहे वो बिज़नेस करना चाहे, चाहे वो आईएएस आईपीएस बनना चाहे, चाहे वो कुछ भी करना चाहे, नौकरी करना चाहे, वो कुछ भी कर सकता है, साइंटिस्ट बन सकता है। तो आज जैसे हमने कल भी देखा कि हमारा चंद्रयान मिशन जो है बहुत अच्छे से लॉन्च हुआ है। तो हम प्रगति कर रहे हैं, बट ये है कि हम अगर सारे जो हमारी जो यूथ पॉपुलेशन है 18 साल से लेकर के इवन आजकल कहूँगा 14 साल से लेकर के 30 साल 35 साल की पॉपुलेशन को अगर हम अच्छे से उनको दिशा दें, डायरेक्शन दें, डेफिनेटली वो लोग आगे बढ़ सकते हैं और इस देश के विकास में सहयोग दे सकते हैं। ਹੁਣ ਅਸੀਂ ਇਸੇ ਪਰਿਵਾਰ ਦੀ ਲੜਕੀ ਖੁਸ਼ਬੂ ਗੁਪਤਾ
ਜੋ ਕਿ IAS ਹਨ, ਜਿਨ੍ਹਾਂ ਨੇ ਕਿ ਇੱਕ ਰੋਡ ਮੈਪ ਤਿਆਰ ਕੀਤਾ ਵੀ ਮੈਂ ਵੀ IAS ਬਣ ਗਈ ਤਾਂ ਬਾਕੀ ਬੱਚੇ ਵੀ ਬਣਨ। ਇਹ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ IAS ਬਣੇ ਸੀ ਪਰਿਵਾਰ ਦੇ ਵਿੱਚ, ਉਸ ਤੋਂ ਬਾਅਦ ਜਿਹੜਾ 6 ਬੱਚੇ ਪਰਿਵਾਰ ਦੇ ਵਿੱਚ IAS ਆ ਗਏ। ਆਪਾਂ ਗੱਲ ਕਰਾਂਗੇ ਇਹਨਾਂ ਨਾਲ ਵੀ ਇਹ ਸਫ਼ਰ ਇਹਨਾਂ ਦਾ ਕਿਸ ਤਰ੍ਹਾਂ ਰਿਹਾ। ਖੁਸ਼ਬੂ ਜੀ, ਪਹਿਲਾਂ ਤਾਂ ਅਜੀਤ ਵੈਬ ਦੇ ਵਿੱਚ ਤੁਹਾਡਾ ਸਵਾਗਤ ਹੈ। ਥੈਂਕ ਯੂ ਸੋ ਮਚ। ਜਿਸ ਤਰ੍ਹਾਂ ਕਿ UPSC ਦੀ ਪ੍ਰੀਖਿਆ ਕਲੀਅਰ ਕੀਤੀ ਤੁਸੀਂ, ਇਸ ਚੀਜ਼ ਲਈ ਇੱਥੇ ਤੱਕ ਮੁਕਾਮ ਤੱਕ ਪਹੁੰਚਣ ਲਈ ਤੁਹਾਨੂੰ ਕੀ ਕੁਝ ਕਰਨਾ ਪਿਆ? ਸਭ ਤੋਂ ਪਹਿਲਾਂ ਤਾਂ ਜਿਵੇਂ ਹਰ ਬੱਚੇ ਦਾ ਹੀ ਹੁੰਦਾ ਹੈ ਕਿ ਤੁਸੀਂ ਕੁਝ ਵੀ ਪਾਣਾ ਹੈ। ਅਸੀਂ UPSC ਵੱਲ ਚਲੇ ਗਏ, ਉਹ ਗੱਲ ਵੱਖਰੀ ਹੈ, ਪਰ ਤੁਸੀਂ ਕੁਝ ਵੀ ਪਾਣਾ ਹੈ ਉਹਦੇ ਲਈ ਇੱਕ ਮਿਹਨਤ ਚਾਹੀਦੀ ਹੈ, ਫੈਮਿਲੀ ਦਾ ਸਪੋਰਟ ਚਾਹੀਦਾ ਹੈ। ਇਹ ਦੋਨੋਂ ਚੀਜ਼ਾਂ ਜਿਹੜੀਆਂ ਬੇਸਿਕ ਸੀ ਉਹ ਸਾਡਾ ਇੱਕ ਫਾਊਂਡੇਸ਼ਨ ਰਿਹਾ ਜਿਨ੍ਹਾਂ ਦੇ ਦਰ 'ਤੇ ਅਸੀਂ ਅੱਗੇ ਵਧੇ। ਮਤਲਬ ਜਿਸ ਤਰ੍ਹਾਂ ਇੱਕ ਲੱਗਿਆ ਵੀ ਤੁਸੀਂ ਇੰਜੀਨੀਅਰ ਮਾਈਕਰੋਸਾਫਟ ਕੰਪਨੀ ਦੇ ਵਿੱਚ ਜੌਬ ਕਰਦੇ ਸੀ ਤੁਸੀਂ, ਪਰ ਉਹ ਜੌਬ ਤੋਂ ਹਟ ਕੇ ਤੁਸੀਂ ਇੱਧਰ ਆਏ, ਕੀ ਕਾਰਨ ਸੀਗਾ ਵੀ ਤੁਸੀਂ ਉਹ ਜੌਬ ਛੱਡੀ ਤੇ ਇੱਧਰਲੇ ਪਾਸੇ? ਮੈਂ ਮਾਈਕਰੋਸਾਫਟ ਦੇ ਵਿੱਚ 2.5 ਮਹੀਨੇ ਦੇ ਕਰੀਬ ਟ੍ਰੇਨਿੰਗ ਲੈਤੀ ਸੀ। ਉਸ 2.5 ਮਹੀਨੇ ਵਿੱਚ ਮੈਨੂੰ ਇਹ ਲੱਗਿਆ ਕਿ ਹਾਲਾਂਕਿ ਮੇਰਾ ਕੰਮ ਕਾਫੀ ਸਰਾਹਿਆ ਗਿਆ, ਕਾਫੀ ਅੱਛਾ ਰਿਹਾ, ਪਰ ਮੈਂ ਇਹ ਦੇਖਿਆ ਵੀ ਜੋ ਇੱਕ ਸੈਟਿਸਫੈਕਸ਼ਨ ਆਉਂਦੀ ਹੈ ਨਾ ਵੀ ਆਹ ਕਰਨ ਤੋਂ ਬਾਅਦ ਮੈਨੂੰ ਅੱਜ ਅੱਛਾ ਲੱਗਿਆ। ਮਾਈਕਰੋਸਾਫਟ ਦੇ ਵਿੱਚ ਈਵਨ ਜਦੋਂ ਮੇਰੇ ਕੰਮ ਦੀ ਤਾਰੀਫ ਹੋਈ ਤਾਂ ਮੈਨੂੰ ਆਈ ਨਹੀਂ ਲੱਗਿਆ ਵੀ ਮੈਂ ਬਹੁਤ ਕੁਝ ਅਚੀਵ ਕੀਤਾ। ਤਾਂ ਮੈਂ ਦੇਖਿਆ ਵੀ ਫਿਰ ਮੈਨੂੰ ਇਹ ਕਿਹਾ ਗਿਆ ਵੀ ਤੂੰ ਆਪਣੀ ਨੇਚਰ ਦੇਖ, ਤੈਨੂੰ ਖੁਸ਼ੀ ਕਿਸ ਚੀਜ਼ ਤੋਂ ਮਿਲਦੀ ਹੈ। ਮੈਨੂੰ ਲੋਕਾਂ ਨਾਲ ਜੁੜਨ ਨਾਲ, ਕਿਸੇ ਸੋਸ਼ਲ ਕਾਜ਼ 'ਤੇ ਕੰਮ ਕਰਨ ਨਾਲ ਬਹੁਤ ਅੱਛਾ ਲੱਗਦਾ ਸੀ। ਫਿਰ ਇੱਕ UPSC ਮੈਨੂੰ ਇਹੋ ਜਿਹਾ ਮਾਧਿਅਮ, ਇਹੋ ਜਿਹਾ ਪਲੈਟਫਾਰਮ ਲੱਗਿਆ ਜਿਸ ਨਾਲ ਮੈਂ ਉਹ ਕੰਮ ਹੋਰ ਅੱਛੀ ਤਰ੍ਹਾਂ ਹੋਰ ਲੋਕਾਂ ਨੂੰ ਰੀਚ ਕਰ ਸਕਦੀ ਹਾਂ। ਤਾਂ ਮੈਂ UPSC ਦੀ ਤਰਫ ਜਾਣ ਤੋਂ ਸੋਚਿਆ। ਜਿਸ ਤਰ੍ਹਾਂ ਕਿ ਮੇਰੇ ਖਿਆਲ ਇੱਕ ਸੁਣਨ ਦੇ ਵਿੱਚ ਆਇਆ ਵੀ ਜਦੋਂ ਤੁਸੀਂ ਮਾਈਕਰੋਸਾਫਟ ਦੇ ਵਿੱਚ ਕੀਤਾ ਤਾਂ ਤੁਹਾਡੇ ਪਾਪਾ ਨੇ ਵੀ ਆਹ ਗੱਲ ਕਹੀ ਸੀ ਵੀ ਤੇਰੀ ਜ਼ਿੰਦਗੀ ਤੇਰਾ ਫੈਸਲਾ, ਉਸਨੇ ਮੇਰੇ ਖਿਆਲ ਤੁਹਾਡਾ ਫਿਊਚਰ ਬਦਲਿਆ। ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਐਕਚੁਅਲੀ ਮੈਂ ਉਦੋਂ ਪਾਪਾ ਨੂੰ ਫ਼ੋਨ ਲਗਾ ਕੇ ਪੁੱਛਿਆ ਕਿ ਪੈਕੇਜ ਬਹੁਤ ਅੱਛਾ ਹੈ, ਪਰ ਮੈਨੂੰ ਉਨਾ ਮਜ਼ਾ ਨਹੀਂ ਆ ਰਿਹਾ, ਮੈਨੂੰ ਉਨਾ ਅੱਛਾ ਨਹੀਂ ਲੱਗ ਰਿਹਾ, ਕਿਉਂਕਿ ਉਸ ਟਾਈਮ ਮੈਨੂੰ ਲੱਗਦਾ ਸੀ ਕਿ ਪਾਪਾ ਕਹਿਣਗੇ ਨਹੀਂ ਇੱਕ ਜੌਬ ਤਾਂ ਲੱਗ ਹੀ ਕਰੋ, ਉਹਨੂੰ ਵਧੀਆ ਪੈਕੇਜ ਮਿਲ ਰਿਹਾ, ਤੁਹਾਨੂੰ ਹੋਰ ਕੀ ਚਾਹੀਦਾ। ਕਿਉਂਕਿ ਅਲਟੀਮੇਟਲੀ ਇੰਜੀਨੀਅਰਸ ਦਾ ਇੱਕ ਉਸ ਟਾਈਮ 'ਤੇ ਏਮ ਇਹੀ ਰਹਿੰਦਾ ਸੀ ਵੀ ਤੁਹਾਨੂੰ ਨੌਕਰੀ ਮਿਲ ਗਈ, ਪੈਕੇਜ ਮਿਲ ਗਿਆ, ਗੱਲ ਖਤਮ ਹੋ ਗਈ, ਅੱਗੇ ਕੰਮ ਕਰੋ। ਤਾਂ ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮੇਰੇ ਪਾਪਾ ਨੇ ਕਿਹਾ ਨਹੀਂ ਕੋਈ ਗੱਲ ਨਹੀਂ, ਛੱਡ ਦਿਓ, ਅਗਰ ਜੀ ਨਹੀਂ ਲੱਗ ਰਿਹਾ ਕੀ ਖਾਸ ਗੱਲ ਹੈ, ਤੇਰੀ ਜ਼ਿੰਦਗੀ ਹੈ, ਜੋ ਚੀਜ਼ 'ਚ ਤੈਨੂੰ ਖੁਸ਼ੀ ਮਿਲਦੀ ਹੈ ਉਹ ਤੂੰ ਕਰ, ਤੇ ਉਸ ਫੈਸਲੇ 'ਚ ਅਸੀਂ ਤੇਰੇ ਨਾਲ ਹੈ, ਤੂੰ ਕੁਝ ਵੀ ਕਰਨਾ ਹੈ। ਮੈਂ ਪਹਿਲਾਂ ਸੋਚਿਆ PhD ਕਰਨੀ ਹੈ, ਪਰ ਇਹ ਸੀ ਕਿ ਪਾਪਾ ਨੇ ਹਮੇਸ਼ਾ ਇਹ ਕਿਹਾ ਵੀ ਤੈਨੂੰ ਕਲੈਰਿਟੀ ਹੋਣੀ ਚਾਹੀਦੀ ਹੈ। ਜੇ ਤੂੰ PhD ਵੀ ਕਰਨਾ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਵੀ ਤੂੰ ਕਿਉਂ ਕਰਨਾ ਹੈ ਜਾਂ ਕਿਉਂ ਛੱਡ ਰਹੀ ਹੈ, ਜਾਂ ਜੌਬ ਕਿਉਂ ਛੱਡ ਰਹੀ ਹੈ। ਤੇ ਜੇ ਤੂੰ UPSC ਵੱਲ ਵੀ ਜਾਣਾ ਤਾਂ ਤੇਰੇ ਕੋਲ ਸੋਲਿਡ ਰੀਜ਼ਨ ਹੋਣਾ ਚਾਹੀਦਾ, ਕਿਉਂਕਿ ਫੈਮਿਲੀ ਦਾ ਸਪੋਰਟ ਸਹੀ ਵੀ ਹੁੰਦਾ ਤੇ ਗਾਈਡੈਂਸ ਵੀ ਨਾਲ ਨਾਲ ਹੁੰਦੀ ਹੈ। ਤਾਂ ਪਾਪਾ ਦਾ ਇੱਕ ਉਹ ਬਹੁਤ ਰਿਹਾ ਫੈਮਿਲੀ ਦਾ ਵੀ ਸਹੀ ਫੈਸਲਾ ਵੀ ਲਓ, ਤੁਸੀਂ ਸਹੀ ਵੀ ਲਓ, ਪਰ ਜਿਹੜਾ ਵੀ ਅਲਟੀਮੇਟਲੀ ਤੁਸੀਂ ਡਿਸਾਈਡ ਕਰ ਲਿਓ ਚ ਅਸੀਂ ਤੁਹਾਡੇ ਨਾਲ। ਤੇ ਤੁਸੀਂ ਜਿਸ ਤਰ੍ਹਾਂ ਇਸੇ ਏਡੇ ਵੱਡੇ ਮੁਕਾਮ ਤੱਕ ਪਹੁੰਚ ਗਏ, ਜਿਸ ਤਰ੍ਹਾਂ ਕਿ ਅੱਗੇ ਲੱਗਦਾ ਹੁੰਦਾ ਸੀਗਾ ਵੀ ਇੱਕ ਪਰਿਵਾਰ ਦਾ ਬੱਚਾ ਬਣ ਗਿਆ, ਮਤਲਬ ਉਹ ਦੂਰੀ ਬਣਾ ਲੈਂਦਾ ਸੀ ਵੀ ਮੈਂ IAS ਬਣ ਗਿਆ, ਕੋਈ ਹੋਰ ਨਾ ਬਣ ਜੇ, ਪਰ ਤੁਸੀਂ ਤੁਹਾਡਾ ਜਿਹੜੀ ਹੈਗੀ ਆ ਵੀ ਕਿਸ ਤਰ੍ਹਾਂ ਤੁਸੀਂ IAS ਬਣ ਕੇ ਕਿਸ ਤਰ੍ਹਾਂ ਲੋਕਾਂ ਨਾਲ ਪੇਸ਼ ਆ ਰਹੇ ਹੋ? ਐਕਚੁਅਲੀ ਪਤਾ ਨਹੀਂ, ਹੋ ਸਕਦਾ ਘਰ ਦੇ ਸੰਸਕਾਰ ਹੋਣ, ਖੁਦ ਨੂੰ ਫੀਲ ਨਹੀਂ ਹੁੰਦਾ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਬਣੇ ਮੈਨੂੰ ਹੋਰ ਹੁੰਦਾ ਵੀ ਅਸੀਂ ਘਰੇ ਜਾ ਕੇ ਵਿੱਚ ਬੈਠੀਏ, ਸਭ ਦੇ ਨਾਲ ਰੁਲ, ਕਿਉਂਕਿ ਜੇ ਇੱਕ ਮੰਨ ਲਓ ਮੈਨੂੰ ਵੀ ਕਿਸੇ ਨੇ ਪ੍ਰੇਰਿਤ ਕੀਤਾ ਹੋਏਗਾ, ਜੇ ਮੈਥੋਂ ਇੱਕ ਜਣਾ ਵੀ ਜਾਂ ਅੱਧਾ ਜਣਾ ਵੀ ਇਹ ਸਿੱਖ ਸਕਦਾ ਵੀ ਅੱਗੇ ਪੜ੍ਹ ਲੈਂਦੇ ਹਾਂ, ਤਾਂ ਮੈਨੂੰ ਲੱਗਦਾ ਮੈਂ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰਤਾ। ਤਾਂ ਉਹੀ ਹੈ ਵੀ ਸਾਨੂੰ ਹਮੇਸ਼ਾ ਰਹਿੰਦਾ ਵੀ ਲੋਕਾਂ ਨਾਲ ਜੁੜੇ ਰਹੋ, ਗੱਲਬਾਤ ਕਰਦੇ ਰਹੋ। ਈਵਨ ਅਸੀਂ ਜਦੋਂ ਕੰਮ ਵੀ ਕਰਦੇ ਹਾਂ ਆਫਿਸ ਵਿੱਚ ਬਹਿ ਕੇ, ਮੈਨੂੰ ਇਹ ਹੁੰਦਾ ਕਿ ਸਿਰਫ ਬਾਹਰ ਬੈਠੇ ਬੰਦੇ ਨੂੰ ਇਹ ਨਾ ਲੱਗੇ ਵੀ ਇਹ ਕੋਈ ਅਫਸਰ ਹੈ, ਮੇਰੇ ਕੋਲ ਜਾ ਨਹੀਂ ਸਕਦਾ। ਮਤਲਬ ਅੱਜ ਤੱਕ ਨਹੀਂ ਹੋਇਆ ਮੈਂ ਅੰਦਰ ਆਫਿਸ ਦੇ ਬੈਠੇ ਹੋਵਾਂ, ਮੈਂ ਹਰ ਅੱਧੇ ਘੰਟੇ 'ਚ ਪੁੱਛਵਾਨੀ ਹਾਂ ਕਿ ਕੋਈ ਬਾਹਰ ਵੇਟ ਤਾਂ ਨਹੀਂ ਕਰ ਰਿਹਾ ਮੇਰੀ, ਕਿ ਅਗਰ ਕੋਈ ਵੇਟ ਕਰ ਰਿਹਾ ਮੈਂ ਉਹਨੂੰ ਬੁਲਾਉਂਦੀ, ਉਹਨੂੰ ਸੁਣਦੀ ਹਾਂ, ਫਿਰ ਅੱਧੇ ਘੰਟੇ ਬਾਅਦ ਫਿਰ ਪੁੱਛਦੀ ਹਾਂ ਵੀ ਕੋਈ ਵੇਟ ਤਾਂ ਨਹੀਂ ਕਰ ਰਿਹਾ। ਜਾਣ ਲੱਗੇ ਲੰਚ 'ਤੇ ਚਾਹੇ ਕਿੰਨਾ ਵੀ ਲੇਟ ਹੋ ਜੇ, ਪਰ ਜੇ ਕੋਈ ਬਾਹਰ ਰਸਤੇ 'ਚ ਮੇਰਾ ਵੇਟ ਕਰ ਰਿਹਾ ਮੈਨੂੰ ਉਨਾ ਹੀ ਸੁਣ ਕੇ ਜਾਂਦੀ ਹਾਂ, ਕਿਉਂਕਿ ਮੈਨੂੰ ਪਤਾ ਉਹ ਆਦਮੀ ਕਿੰਨੀ ਦੂਰੋਂ ਚੱਲ ਕੇ ਆਇਆ। ਜਦੋਂ ਆਪਾਂ ਸਮਝਦੇ ਹਾਂ ਨਾ ਦੂਜੇ ਆਦਮੀ ਦੀ ਤਕਲੀਫ ਨੂੰ ਵੀ, ਉਹਨੇ ਕੀ ਦੇਖਿਆ ਜਾਂ ਕਿਉਂ ਆਇਆ, ਤਾਂ ਆਪਣੇ ਆਪ ਅੰਦਰੋਂ ਆ ਜਾਂਦਾ ਵੀ ਨਹੀਂ ਉਹਨਾਂ ਗੱਲ ਕਰੋ। ਤੇ ਤੁਸੀਂ ਜਿਹੜੀ ਅੱਜ ਨੌਜਵਾਨ ਪੀੜ੍ਹੀ ਹੈਗੀ ਹੈ, ਜਿਹੜੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ ਜਾਂ ਨਸ਼ੇ ਦਲ ਦਾ ਧੱਸ ਰਹੀ ਹੈ ਜਾਂ ਕੁਛ ਵੀ ਹੈ, ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਇਹ ਕਹਿਣਾ ਚਾਹੂੰਗੀ ਕਿ ਦੇਖੋ ਨਸ਼ੇ ਤਾਂ ਗਲਤ ਨੇ, ਇਸ 'ਚ ਤਾਂ ਕੋਈ ਦੋ ਰਾਏ ਨਹੀਂ ਹੈ। ਜਿੱਥੋਂ ਤੱਕ ਰਹੀ ਬਾਹਰ ਜਾਣ ਦੀ ਗੱਲ, ਜੇ ਤਾਂ ਤੁਸੀਂ ਵਧੀਆ ਪੜ੍ਹ ਲਿਖ ਕੇ ਕਿਸੇ ਵਧੀਆ ਨੌਕਰੀ 'ਤੇ ਜਾ ਰਹੇ ਹੋ ਤਾਂ ਉਹ ਤੁਹਾਡਾ ਡਿਸੀਜ਼ਨ ਹੈ। ਜੇ ਤੁਸੀਂ ਇੱਥੇ ਅੱਛਾ ਕਰ ਰਹੇ ਹੋ ਤਾਂ ਉਸ 'ਚ ਕੋਈ ਦਿੱਕਤ ਨਹੀਂ ਹੈ। ਮੈਨੂੰ ਉੱਥੇ ਦਿੱਕਤ ਆਉਂਦੀ ਹੈ ਜਦੋਂ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਚਲੇ ਜਾਂਦੇ ਹੋ, ਕੋਈ ਬਿਨਾਂ ਬੇਸ ਬਣਾਏ ਚਲੇ ਜਾਂਦੇ ਹੋ, ਆਪਣੀ ਪੜ੍ਹਾਈ ਲਿਖਾਈ ਬਿਨਾਂ ਪੂਰੀ ਕੀਤੇ ਚਲੇ ਜਾਂਦੇ ਹੋ, ਤੁਹਾਨੂੰ ਲੱਗਦਾ ਵੀ ਨਹੀਂ ਇਹ ਸ਼ਾਰਟਕਟ ਹੈ। ਇੱਕ ਗੱਲ ਯਾਦ ਰੱਖਿਓ ਕਿ ਜ਼ਿੰਦਗੀ 'ਚ ਕਦੇ ਸ਼ਾਰਟਕਟ ਨਹੀਂ ਹੁੰਦਾ। ਤੁਹਾਨੂੰ ਹੁਣ ਲੱਗੂਗਾ ਵੀ ਮੈਂ ਅੱਜ ਛੇਤੀ ਮਿਲ ਜੂ, ਕੋਈ ਸ਼ਾਰਟਕਟ ਨਹੀਂ ਹੈ। ਤੁਹਾਨੂੰ ਮਿਹਨਤ ਕਰਨੀ ਪਊ ਕਿਤੇ ਵੀ ਪਹੁੰਚਣ ਲਈ। ਤੁਸੀਂ ਅੱਜ ਕਰ ਲਓ, ਤੁਸੀਂ ਅਗਲੇ 10 ਸਾਲ ਬਾਅਦ ਕਰ ਲਓ, ਪਰ ਉਹ ਕਦੇ ਨਾ ਕਦੇ ਜੇ ਤੁਸੀਂ ਕਿਤੇ ਪਹੁੰਚਣਾ ਤੁਹਾਨੂੰ ਮਿਹਨਤ ਕਰਨੀ ਪਊ। ਤਾਂ ਮੈਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੋ ਦੇਖਦੀ ਹਾਂ, ਜੋ ਮੈਂ ਚੇਂਜ ਮਹਿਸੂਸ ਕਰਦੀ ਹਾਂ, ਉਹ ਇਹ ਕਿ ਡਰਦੇ ਬਹੁਤ ਨੇ ਹਾਰਡ ਵਰਕ ਕਰਨ ਤੋਂ, ਵੀ ਜੇ ਫੇਲ ਹੋ ਗਏ ਮੈਨੂੰ ਦੇਖ ਕੇ ਕਹਿਣਗੇ ਤੁਸੀਂ ਵਧੀਆ ਰਹੇ, ਪਰ ਤੁਸੀਂ ਮੈਨੂੰ ਉਹ ਨਹੀਂ ਦੇਖਿਆ ਜਦੋਂ ਮੈਂ ਫੇਲ ਵੀ ਹੋਈ ਜਾਂ ਜਦੋਂ ਅਸੀਂ ਪਿੱਛੇ ਵੀ ਰਹੇ, ਜਾਂ ਅੱਜ ਕੱਲ੍ਹ ਵੀ ਅਸੀਂ ਇਹ ਨਹੀਂ ਹੁੰਦਾ ਕਿ ਇੱਕ ਵਾਰ ਬਣ ਗਏ ਤਾਂ ਬਸ ਹੋ ਗਿਆ।
ਰੋਜ਼ ਨਵੇਂ ਚੈਲੰਜਸ ਆਉਂਦੇ ਆ, ਅਸੀਂ ਰੋਜ਼ ਉਹਨਾਂ ਨੂੰ ਲੜਦੇ ਹਾਂ, ਕਦੇ ਹਾਰਦੇ ਹਾਂ ਕਦੇ ਜਿੱਤਦੇ ਹਾਂ, ਪਾਰਟ ਆਫ ਦਾ ਲਾਈਫ ਹੈ, ਲਾਈਫ ਹੀ ਐਕਚੁਅਲੀ ਪਾਰਟ ਕੀ। ਤਾਂ ਉਸ ਚੀਜ਼ ਨੂੰ ਸਮਝੋ ਕਿ ਹਾਰ ਜਿੱਤ ਚੱਲਦੀ ਰਹਿੰਦੀ ਹੈ, ਆਪਦੀ ਮਿਹਨਤ ਕੰਟੀਨਿਊਡ ਰੱਖੋ, ਇੱਕ ਨਾ ਇੱਕ ਦਿਨ ਜਾ ਕੇ ਤੁਹਾਨੂੰ ਜ਼ਰੂਰ ਮਿਲੂ ਜੋ ਤੁਹਾਨੂੰ ਚਾਹੀਦਾ ਹੈ। ਜਿਵੇਂ ਕਿ ਨਾਰੀ ਸ਼ਕਤੀ, ਲੜਕੀਆਂ ਅੱਜ ਹਰ ਖੇਤਰ ਦੇ ਵਿੱਚ ਅੱਗੇ ਆ, ਤੁਸੀਂ ਵੀ ਜਿਹੜਾ IAS ਬਣ ਕੇ ਇਸ ਚੀਜ਼ ਨੂੰ ਪ੍ਰੂਫ ਕੀਤਾ ਹੈ, ਲੜਕੀਆਂ ਨੂੰ ਵੀ ਕੀ ਮੈਸੇਜ ਦੇਣਗੇ? ਮੈਂ ਲੜਕੀਆਂ ਨੂੰ ਇਹ ਕਹਿਣਾ ਚਾਹੂੰਗੀ ਕਿ ਉਦੋਂ ਮੈਂ ਵੀ ਬਹੁਤ ਵਾਰ ਇਹ ਦੇਖਦੀ ਹੁੰਦੀ ਸੀ ਕਿ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਮੈਨੂੰ ਘਰ ਵਿੱਚ ਕਦੇ ਨਹੀਂ ਇਹ ਕਿਹਾ ਗਿਆ ਕਿ ਤੂੰ ਲੜਕੀਆਂ ਤੂੰ ਘੱਟ ਪੜ੍ਹ। ਮੇਰਾ ਜਦੋਂ IIT ਦਿੱਲੀ ਵਿੱਚ ਵੀ ਹੋਇਆ, ਬਹੁਤ ਲੋਕਾਂ ਨੇ ਮਨਾ ਕੀਤਾ ਵੀ ਦਿੱਲੀ ਜਾ ਕੇ ਵਿਗੜ ਜੂਗੀ, ਇਹਨੂੰ ਦਿੱਲੀ ਨਾ ਭੇਜਿਓ। ਮੇਰੇ ਪਾਪਾ ਨੇ ਮੈਨੂੰ ਕਦੇ ਨਹੀਂ ਕਿਹਾ ਤੂੰ ਪੜ੍ਹਿਆ ਤੂੰ ਅੱਗੇ ਜਾ। ਤਾਂ ਲੜਕੀ ਨੂੰ ਨਾ ਕਦੇ ਇਹ ਫੀਲ ਹੀ, ਤਾਂ ਮੈਨੂੰ ਕਦੇ ਫੀਲ ਹੀ ਨਹੀਂ ਹੋਇਆ ਵੀ ਅੱਛਾ ਮੈਂ ਲੜਕੀ ਹਾਂ, ਮੈਂ ਇੱਥੇ ਨਹੀਂ ਜਾਣਾ, ਜਾਂ ਮੈਂ ਇੱਥੇ ਜਾ ਕੇ ਨਹੀਂ ਪੜ੍ਹਨਾ, ਜਾਂ ਮੈਂ ਇਹ ਕੰਮ ਨਹੀਂ ਕਰ ਸਕਦੀ। ਮੈਨੂੰ ਆਏ ਸੀ ਵੀ ਠੀਕ ਹੈ, ਕਿਉਂਕਿ ਮੈਨੂੰ ਕਦੇ ਕਿਸੇ ਨੇ ਰੋਕਿਆ ਹੀ ਨਹੀਂ, ਤਾਂ ਉਹ ਮੇਰੇ ਮਨ 'ਚ ਵੀ ਨਹੀਂ ਆਇਆ। ਪਰ ਜਦੋਂ ਮੈਂ ਕਿਸੇ ਲੜਕੀ ਨਾਲ ਗੱਲ ਕਰਦੀ ਹਾਂ, ਕਿਉਂਕਿ ਉਹਨੂੰ ਸਿਖਾਇਆ ਜਾਂਦਾ ਹੈ ਵੀ ਤੂੰ ਬਾਹਰ ਜਾ ਕੇ ਨਹੀਂ ਪੜ੍ਹ ਸਕਦੀ, ਜਾਂ ਆਹ ਨੌਕਰੀ ਤੇਰੇ ਲਈ ਨਹੀਂ ਬਣੀ, ਤਾਂ ਉਹਦੇ ਮਨ 'ਚ ਪੈਂਦਾ ਹੈ। ਜਾਂ ਅੱਜ ਕੱਲ੍ਹ ਜਿਹੜੀ ਚੇਅਰ 'ਤੇ ਬੈਠ ਕੇ ਮੈਂ ਕੰਮ ਕਰਦੀ ਹਾਂ, ਮੇਰੇ ਬਹੁਤ ਬੈਚਮੇਟਸ ਕਹਿੰਦੇ ਨੇ ਕਿ ਹੋ ਸਕਦਾ ਬਾਹਰ ਵਾਲੇ ਨੂੰ ਲੱਗਦਾ ਹੋਵੇ ਤੂੰ ਲੜਕੀ ਹੈ ਤਾਂ ਤੂੰ ਇਹ ਮੈਨੂੰ ਫ਼ਰਕ ਹੀ ਨਹੀਂ ਪੈ ਰਿਹਾ ਹੁੰਦਾ। ਮੈਨੂੰ ਇਹ ਹੁੰਦਾ ਕਿ ਮੈਂ ਉਨਾ ਜਿੰਨਾ ਇੱਕ ਆਫਿਸਰ ਤੋਂ ਆਊਟਪੁੱਟ ਹੈ। ਕੋਈ ਵੀ ਜੌਬ ਕਦੇ ਮੇਲ ਫੀਮੇਲ ਦੇਖ ਕੇ ਨਹੀਂ ਦਿੱਤੀ ਜਾਂਦੀ। ਕੋਈ ਟੀਚਰ ਹੈ, ਮੇਲ ਫੀਮੇਲ ਦੋਨੋਂ ਸੇਮ ਪੈਰਾਮੀਟਰ 'ਤੇ ਸਿਲੈਕਟ ਹੁੰਦੇ, ਇਸ ਤਰ੍ਹਾਂ ਅਫਸਰ ਦੋਨੋਂ ਸੇਮ ਪੈਰਾਮੀਟਰ 'ਤੇ ਸਿਲੈਕਟਡ ਹੈ। ਕੱਲ੍ਹ ਨੂੰ ਮੈਂ ਕਹਾਂ ਮੈਂ ਲੜਕੀ ਹਾਂ, ਮੈਂ ਘੱਟ ਕੰਮ ਕਰੂੰ, ਜਾਂ ਉਹ ਕਹੇ ਵੀ ਇਹ ਲੜਕੀ ਹੈ ਘੱਟ ਕੰਮ ਕਰਦੀ, ਇਸ ਦਾ ਕੋਈ ਨਹੀਂ ਹੈ। ਉਹ ਮੇਰੀ ਇੰਡੀਵਿਜੂਅਲ ਪਰਸਨੈਲਿਟੀ ਹੈ ਵੀ ਮੈਂ ਕਿੰਨਾ ਕੰਮ ਕਰਨਾ। ਤਾਂ ਮੈਂ ਲੜਕੀਆਂ ਨੂੰ ਇਹ ਕਹੂੰਗੀ ਜੈਂਡਰ ਤੋਂ ਉੱਪਰ ਵੱਧ ਕੇ ਆਪਣਾ ਸੋਚ ਰੱਖੋ, ਇਸ ਨੂੰ ਛੱਡ ਕੇ ਆਪਣੀ ਸੋਚ ਰੱਖੋ। ਹੁਣ ਸਾਡੇ ਨਾਲ ਇਸੇ ਪਰਿਵਾਰ ਦੀ ਬੱਚੀ ਕ੍ਰਿਤਿਕਾ ਗੋਇਲ, ਜਿਨੇ ਕਿ UPSC ਦੀ ਪ੍ਰੀਖਿਆ ਦੇ ਵਿੱਚੋਂ 14ਵਾਂ ਰੈਂਕ ਹਾਸਲ ਕਰਕੇ ਇੱਕ ਨਾਮ ਰੋਸ਼ਨ ਕੀਤਾ ਹੈ, ਤੇ ਉਹ ਵੀ ਸਾਡੇ ਨਾਲ ਇੱਥੇ ਅਜੀਤ ਵੈਬ ਦੇ ਨਾਲ ਗੱਲਬਾਤ ਕਰਨਗੇ। ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਵੀ ਕੀ ਕਹਿਣਾ ਚਾਹੁੰਦੇ ਆ। ਪਹਿਲਾਂ ਤਾਂ ਅਜੀਤ ਵੈਬ ਦੇ ਵਿੱਚ ਕ੍ਰਿਤਿਕਾ ਜੀ ਤੁਹਾਡਾ ਸਵਾਗਤ ਹੈ, ਤੇ ਤੁਹਾਨੂੰ ਵਧਾਈਆਂ ਦਿੰਦੇ ਆ ਅਜੀਤ ਵੈਬ ਤੋਂ। ਵਿੱਚ ਇਹਦਾ 14ਵਾਂ ਰੈਂਕ ਹੈ, ਇੱਕ ਬੜੀ ਵੱਡੀ ਉਪਲਬਧੀ ਮਤਲਬ ਹਾਸਲ ਕੀਤੀ ਹੈ ਤੁਸੀਂ, ਸਾਡਾ ਨਾਮ ਰੋਸ਼ਨ ਕੀਤਾ ਸਾਰਿਆਂ ਦਾ, ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਪਹਿਲਾਂ ਤਾਂ ਅਜੀਤ ਸਮਾਚਾਰ ਦਾ ਧੰਨਵਾਦ ਕਿ ਇੱਥੇ ਮੈਨੂੰ ਬੁਲਾਇਆ ਤੇ ਇਹ ਮਾਧਿਅਮ ਦੇਣ ਦਾ। ਤੇ ਜਦੋਂ ਇਹ ਨਿਊਜ਼ ਆਈ ਸੀ ਤਾਂ ਇਹ ਪਹਿਲਾਂ ਯਕੀਨ ਨਹੀਂ ਹੋਇਆ ਕਿ ਮੈਂ ਵੀ ਇਹ ਕਰ ਸਕਦੀ ਹਾਂ, ਕਿਉਂਕਿ ਮੇਰਾ ਇਹ ਚੌਥੀ ਅਟੈਂਪਟ ਸੀ ਤੇ ਇੱਕ ਵਾਰ ਯਕੀਨ ਨਹੀਂ ਹੋਇਆ ਸੀ, ਪਰ ਹੁਣ ਥੋੜ੍ਹਾ ਯਕੀਨ ਹੋਣਾ ਸ਼ੁਰੂ ਹੋਇਆ ਹੈ। ਪਰ ਇਹ ਸਾਰਾ ਜਿਵੇਂ ਮੇਰੇ ਭਰਾ ਵੀ ਕਹਿ ਕੇ ਚੁੱਕੇ ਨੇ ਕਿ ਇਹ ਸਾਰਾ ਇਨਵਾਇਰਨਮੈਂਟ ਦਾ ਰੋਲ ਸੀ। ਮੇਰੀ ਮਦਰ ਵੀ ਇੱਥੇ ਬੈਠੇ ਨੇ, ਤੇ ਮੇਰੇ ਪਾਪਾ ਤੇ ਮਾਮਾ ਜੀ, ਮਾਮੀ ਜੀ, ਤੇ ਮੇਰੇ ਸਾਰੇ ਜਿਹੜੇ ਭੈਣ ਭਾਈ ਨੇ, ਮੇਰੀ ਭਾਬੀ ਜੀ, ਇਨ ਸਭ ਦਾ ਰੋਲ ਰਿਹਾ ਹੈ ਜਿਹੜਾ ਇਸ ਮੁਕਾਮ 'ਤੇ ਹੁਣ ਪਹੁੰਚ ਚੁੱਕੇ ਹਾਂ। ਜਿਵੇਂ ਕਿ ਇੱਕ IAS ਬਾਰੇ, IPS ਬਾਰੇ ਸੋਚਣਾ ਹੀ ਇੱਕ ਬੜਾ ਵੱਡਾ ਹੁੰਦਾ, ਵੀ ਸੋਚ ਲਿਆ ਸੀ IAS IPS ਬਣਨਾ ਹੈ, ਤੇ ਪਰ ਤੁਸੀਂ 14ਵਾਂ ਰੈਂਕ, ਇਸ ਬਾਰੇ ਮਤਲਬ ਕਿਸ ਤਰ੍ਹਾਂ ਪੋਸੀਬਲ ਹੋਇਆ ਹੈ? ਮੇਰੇ ਖਿਆਲ ਨਾਲ ਦੋ ਚੀਜ਼ਾਂ ਜਿਹੜੀ ਕਾਫੀ ਜ਼ਿਆਦਾ ਮੇਰੇ ਨਾਲ ਨਹੀਂ ਰਹੀਆਂ ਨੇ, ਉਹ ਨੇ ਪੇਸ਼ੈਂਸ ਤੇ ਕੰਸਿਸਟੈਂਸੀ। ਜਿਵੇਂ ਮੈਂ ਕਿਹਾ, ਜੇ ਇਹ ਮੇਰੀ ਚੌਥੀ ਅਟੈਂਪਟ ਸੀ ਤੇ ਕਾਫੀ ਜ਼ਿਆਦਾ ਪੇਸ਼ੈਂਸ ਲੱਗੀ ਹੈ। 2019 ਤੋਂ ਮੈਂ ਆਪਣੀ ਜਰਨੀ ਸ਼ੁਰੂ ਕੀਤੀ ਸੀ, ਤੇ 2 ਅਟੈਂਪਟ 'ਚ ਤਾਂ ਮੈਂ ਕੁਛ ਕਰ ਵੀ ਨਹੀਂ ਪਾਈ ਸੀ। ਜਿਵੇਂ ਆਪਣਾ ਸਾਡਾ ਪਹਿਲਾ ਪੇਪਰ ਪ੍ਰੀਲਿਮਸ ਹੁੰਦਾ ਹੈ, ਮੈਂ ਪ੍ਰੀਲਿਮਸ ਹੀ ਨਹੀਂ ਕੱਢ ਪਾਈ ਸੀ। ਤਾਂ ਮੇਰੇ ਹਿਸਾਬ ਨਾਲ ਪੇਸ਼ੈਂਸ ਜਿਹੜੀ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਰਹੀ ਹੈ। ਤੇ ਦੂਜੀ ਚੀਜ਼ ਹੈ ਕੰਸਿਸਟੈਂਸੀ। ਚੌਥੀ ਅਟੈਂਪਟ ਤੱਕ ਪਹੁੰਚਦੇ ਫਿਰ ਘਰ ਵਾਲਿਆਂ ਦਾ ਸਾਥ ਨਹੀਂ, ਇਹ ਪੇਪਰ ਕਦੇ ਨਾ ਕਦੇ ਤਾਂ ਨਿਕਲੂਗਾ। ਤਾਂ ਇਹ ਦੋ ਚੀਜ਼ਾਂ ਨੇ ਮੇਰੇ ਖਿਆਲ ਨਾਲ ਇਸ ਕਾਰਨ ਆਪਣਾ 14ਵਾਂ ਰੈਂਕ ਹੁੰਦੀ ਵਾਰ ਆ ਪਾਇਆ। ਤੁਹਾਡੀ ਜਿਹੜੀ ਸਕੂਲਿੰਗ ਲਾਈਫ ਜਾਂ ਕਾਲਜ ਲਾਈਫ ਕਿਸ ਤਰ੍ਹਾਂ ਦੀ ਰਹੀ, ਤੇ ਬਾਕੀ ਤੁਹਾਨੂੰ ਕਿੱਥੋਂ ਮੋਟੀਵੇਸ਼ਨ ਮਿਲੀ ਵੀ ਮੈਂ ਜਿਹੜੀ ਹੈਗੀ ਆ IAS IPS ਹੀ ਕਰਨੀ ਹੈ? ਮੇਰੀ ਸਕੂਲ ਲਾਈਫ ਬਿਲਕੁਲ ਨੋਰਮਲ ਜਿਵੇਂ ਹੁੰਦੀ ਹੈ। ਮੈਨੇ 12th ਵਿੱਚ ਕਾਮਰਸ ਦੇ ਨਾਲ ਕੀਤੀ ਸੀ ਉਦੋਂ ਬਾਅਦ ਮੈਂ ਲਾਅ ਕੀਤੀ। ਇਹ ਲਾਅ ਮੇਰੀ 5 ਸਾਲ ਦੀ ਲਾਅ 2019 'ਚ ਮੈਂ ਗ੍ਰੈਜੂਏਸ਼ਨ ਕੀਤੀ ਆਪਣੀ, ਅਤੇ ਕਾਲਜ ਦੇ ਲਾਸਟ ਈਅਰ ਜਾ ਕੇ ਮੈਨੂੰ ਇਹ ਹੋਇਆ ਕਿ ਨਹੀਂ ਇਹ ਕਰਦੇ ਹਾਂ। ਤਾਂ ਇਹ ਵੀ ਇਸ ਕਾਰਨ ਹੋਇਆ ਕਿਉਂਕਿ ਭਈਆ ਦੀਦੀ ਦਾ 2019 'ਚ ਹੀ ਪੇਪਰ ਜਿਹੜਾ ਹੈ ਕਲੀਅਰ ਹੋਇਆ ਸੀ, ਉਹਨਾਂ ਨੂੰ ਦੇਖਿਆ। ਅਤੇ ਫਿਰ ਮੇਰੇ ਪਾਪਾ ਵੀ ਕਿਉਂਕਿ ਗਵਰਨਮੈਂਟ ਸਰਵਿਸ 'ਚ ਹੀ ਨੇ, ਇਹ ਤਾਂ ਪਤਾ ਸੀ ਵੀ ਗਵਰਨਮੈਂਟ ਸਰਵਿਸ 'ਚ ਹੀ ਜਾਣਾ, ਪਰ ਕਿਹੜੀ। ਇਹ ਜਦੋਂ ਭਈਆ ਦੀਦੀ ਦਾ 2019 'ਚ ਨਿਕਲਿਆ ਤਾਂ ਮੈਨੂੰ ਲੱਗਿਆ ਨਹੀਂ ਇਹੀ ਮੇਰੀ ਕਾਲਿੰਗ ਹੈ। ਤਾਂ ਮੈਂ 2019 'ਚ ਫਿਰ ਇਹ ਡਿਸੀਜ਼ਨ ਲਿੱਤਾ ਵੀ ਆਹੀ ਕਰਨਾ ਹੁਣ ਤਾਂ। ਜਿਵੇਂ ਕਿ ਤੁਹਾਡੇ ਪਾਪਾ ਜੱਜ ਹੈ, ਪਰ ਤੁਸੀਂ IAS, ਇਹ ਮਤਲਬ ਕਿਸ ਤਰ੍ਹਾਂ? ਐਕਚੁਅਲੀ ਇਹ ਜੁਡੀਸ਼ਰੀ ਅਤੇ ਐਗਜ਼ੈਕਟਿਵ ਦਾ ਰੋਲ ਸੀ। ਮੈਂ ਵੀ ਕਾਫੀ ਜ਼ਿਆਦਾ ਸੋਚ 'ਚ ਪਈ ਸੀ ਵੀ 2019 'ਚ ਵੀ ਜੁਡੀਸ਼ਰੀ ਵੇਲੇ ਜਾਵਾਂ ਜਾਂ ਫਿਰ ਐਗਜ਼ੈਕਟਿਵ 'ਚ ਜਾਵਾਂ। ਫਿਰ ਇਹ ਡਿਸੀਜ਼ਨ ਵੀ ਕਾਫੀ ਅਸੀਂ ਵਿਚਾਰ ਕੀਤਾ, ਸਾਰੇ ਘਰ ਵਾਲੇ ਬੈਠੇ ਵੀ ਕਿਹੜਾ ਇੰਟਰਸਟ ਕਿਸ ਵੇਲੇ ਆਪਣਾ ਹੈ। ਤਾਂ ਮੈਂ ਦੇਖਿਆ ਕਿ ਅੱਛਾ ਮੈਨੂੰ ਐਗਜ਼ੈਕਟਿਵ ਸਾਈਡ, ਮੈਨੂੰ ਐਜੂਕੇਸ਼ਨ, ਮੈਨੂੰ ਹੈਲਥ ਵਾਲਾ ਸਾਈਡ ਉਹ ਜ਼ਿਆਦਾ ਪਸੰਦ ਆ ਰਿਹਾ ਹੈ। ਪਰ ਇਹ ਵੀ ਦੇਖਿਆ ਜਿਹੜਾ ਲਾਅ ਹੈ ਉਹ ਮੇਰੇ ਨਾਲ ਹੀ ਰਹੂਗਾ। ਹਰ ਜਿਹੜੀ ਵੀ ਚੀਜ਼ ਹੈ, IAS ਹੈ, ਕਿਹੜੀ ਵੀ ਸਰਵਿਸ ਮੈਨੂੰ ਮਿਲਦੀ, ਲਾਅ ਦਾ ਇੱਕ ਇੰਪੋਰਟੈਂਟ ਕੰਪੋਨੈਂਟ ਹੀ ਰਹਿਣਾ ਸੀ। ਫਿਰ ਮੈਨੂੰ ਲੱਗਿਆ ਜਦ ਇਸ ਸਰਵਿਸ 'ਚ ਮੈਨੂੰ ਲਾਅ ਵੀ ਮਿਲ ਰਹੀ ਹੈ ਅਤੇ ਮੈਨੂੰ ਜਿਹੜਾ ਐਗਜ਼ੈਕਟਿਵ ਵਾਲਾ ਰੋਲ ਹੈ ਉਹ ਵੀ ਮਿਲੂਗਾ, ਤਾਂ ਮੈਂ ਸੋਚਿਆ ਇਹ ਜਿਹੜਾ ਬੈਸਟ ਆਫ ਬੋਥ ਵਰਲਡਸ ਵਾਲੀ ਗੱਲ ਹੋ ਗਈ ਸੀ ਮੇਰੇ ਨਾਲ।
ਜਿਵੇਂ ਕਿ ਅੱਜ ਆਪਾਂ ਗੱਲ ਕਰਦੇ ਹਾਂ ਵੀ ਨੌਜਵਾਨ ਪੀੜ੍ਹੀ ਹੈ ਜਿਹੜੀ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ, ਉਹ ਵਿਦੇਸ਼ਾਂ ਵੱਲ ਜਾ ਰਹੀ ਹੈ, ਇੱਥੇ ਕਹਿ ਰਹੀ ਹੈ ਵੀ ਨੌਕਰੀਆਂ ਨਹੀਂ ਹੈਗੀਆਂ, ਇਹ ਨਹੀਂ ਹੈਗਾ ਸਮਥਿੰਗ, ਮਤਲਬ ਪਰ ਤੁਸੀਂ ਜਿਹੜਾ ਹੈਗਾ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਇਹ ਜਦੋਂ ਆਪਾਂ ਬਾਹਰ ਦੀ ਗੱਲ ਕਰਦੇ ਹਾਂ, ਇਹ ਜ਼ਰੂਰੀ ਇਹ ਹੈ ਵੀ ਕਿਉਂਕਿ ਕੋਈ ਇੱਕ ਬੰਦਾ ਜਾ ਰਿਹਾ ਹੈ ਫਿਰ ਆਪਾਂ ਵੀ ਜਾਣ ਲੱਗ ਜਾਈਏ। ਮੇਰੇ ਖਿਆਲ ਨਾਲ ਇੱਕ ਹਰਡ ਰੇਸ, ਜਿਹੜੀ ਹਰਡ ਮੈਂਟੈਲਿਟੀ ਹੁੰਦੀ ਹੈ ਵੀ ਇੱਕ ਬੰਦਾ ਜਾ ਰਿਹਾ ਤੇ ਉਹਨੇ ਦੇਖਿਆ ਸੋਸ਼ਲ ਮੀਡੀਆ ਤੇ ਪਾਇਆ ਤੇ ਮੈਂ ਵੀ ਚਲੇ ਜਾਵਾਂ ਉੱਥੇ ਜਾ ਕੇ, ਪਰ ਉੱਥੇ ਕੰਮ ਕੀ ਕਰਨਾ ਹੈ ਉਹ ਨਹੀਂ ਪਤਾ ਹੁੰਦਾ, ਬਸ ਆਪਾਂ ਚਲੇ ਜਾਂਦੇ ਹਾਂ। ਤਾਂ ਇਸ ਕਰਕੇ ਇੰਪੋਰਟੈਂਟ ਇਹ ਹੈ ਵੀ ਆਪਾਂ ਇਹ ਦੇਖੀਏ ਵੀ ਇੱਥੇ ਕੀ ਰਿਸੋਰਸਿਸ ਅਵੇਲੇਬਲ ਨੇ। ਇੱਥੇ ਬਹੁਤ ਜ਼ਿਆਦਾ ਆਲਰੇਡੀ ਓਪਰਚੁਨਿਟੀਜ਼ ਨੇ, ਆਪਾਂ ਨੂੰ ਬਸ ਉਹ ਦੇਖਣੀਆਂ ਨੇ ਵੀ ਓਪਰਚੁਨਿਟੀਜ਼ ਕੀ ਨੇ। ਜੇ ਆਪਾਂ ਇੱਕ ਵਾਰੀ ਉਹ ਦੇਖ ਲਿਆ ਫਿਰ ਆਪਣਾ ਮੇਰੇ ਖਿਆਲ ਨਾਲ ਜਾਣ ਦਾ ਜੀਅ ਨਹੀਂ ਕਰਨਾ ਉੱਧਰ। ਥੈਂਕ ਯੂ। ਇਹ ਸਨ ਕ੍ਰਿਤਿਕਾ ਗੋਇਲ ਜੀ, ਜਿਨ੍ਹਾਂ ਨੇ ਕਿ ਆਪਣੇ ਵਿਚਾਰ ਸਾਂਝੇ ਕੀਤੇ ਹੈ ਤੇ ਨੌਜਵਾਨ ਪੀੜ੍ਹੀ ਨੂੰ ਵੀ ਸੰਦੇਸ਼ ਦਿੱਤਾ ਵੀ ਇੱਥੇ ਰਹਿ ਕੇ ਸਭ ਕੁਝ ਕਰ ਸਕਦੀ ਹੈ। ਹੁਣ ਸਾਡੇ ਨਾਲ ਉਸੇ ਪਰਿਵਾਰ ਦੇ ਜਿਹੜੇ ਹੈਗੇ ਆ IPS ਗੌਤਮ ਗੋਇਲ ਜੀ, ਉਹ ਜੁੜੇ ਹੋਏ ਆ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਵੀ ਕੀ ਕਹਿਣਾ ਚਾਹੁੰਦੇ ਆ। ਪਹਿਲਾਂ ਤਾਂ ਗੌਤਮ ਜੀ ਤੁਹਾਡਾ ਅਜੀਤ ਵੈਬ ਦੇ ਵਿੱਚ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਕਿ ਅਜੀਤ ਵੈਬ ਨੇ ਸਾਨੂੰ ਇੱਥੇ ਸੱਦਿਆ ਅਤੇ ਅਸੀਂ ਲੋਕਾਂ ਨਾਲ ਆਪਣੀ ਗੱਲ ਸਾਂਝੀ ਕਰ ਸਕੀਏ ਇਹਦੇ ਰਾਹੀਂ ਅਤੇ ਆਪਣੀ ਗੱਲ ਪਹੁੰਚਾ ਸਕੀਏ। ਅਤੇ ਜੇ ਕੁਝ ਡਾਊਟਸ ਤੁਹਾਡੇ ਮਨ ਦੇ ਵਿੱਚ ਜੇ ਲੋਕਾਂ ਨੇ ਤੁਹਾਡੇ ਕੋਲ ਲੈ ਕੇ ਆਏ ਨੇ ਤਾਂ ਅਸੀਂ ਉਹਨਾਂ ਨੂੰ ਕਲੀਅਰ ਕਰ ਸਕੀਏ। ਜਿਹੜਾ ਗੌਤਮ ਜੀ ਇੱਕ IPS ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। IAS IPS ਬਣਨਾ ਇੱਕ ਨੌਜਵਾਨ ਦਾ ਸੁਪਨਾ ਹੁੰਦਾ ਵੀ ਮੈਂ ਇਸ ਲੈਵਲ 'ਤੇ ਪਹੁੰਚਾਂ। ਉਹ ਮਤਲਬ ਪਹੁੰਚਣ ਦੇ ਵਿੱਚ ਮਤਲਬ ਜਿਵੇਂ ਕਹਿੰਦੇ ਆ ਵੀ ਕੁਛ ਵੀ ਕਹਿ ਦਿਓ ਵੀ ਇੰਪੋਸੀਬਲ ਵਰਡ ਦੇ ਵਿੱਚ ਵੀ I am possible ਹੈ। ਤੁਸੀਂ ਜਿਹੜਾ ਇਸ ਮੁਕਾਮ 'ਤੇ ਪਹੁੰਚੇ ਹੋ, IPS ਬਣੇ ਹੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਕਿ ਮਾਈਂਡਸੈਟ ਦੇ ਵਿੱਚ ਨਾ ਇਹ ਲਿਆਉਣਾ ਪਏਗਾ ਕਿ ਇੱਕ ਸਿੰਪਲ ਇੱਕ ਸਰਕਾਰੀ ਨੌਕਰੀ ਹੈ। ਜਿਹੜੀ ਵੀ ਅਸੀਂ IAS ਲਾ ਲਓ, IPS ਲਾ ਲਓ, IRS ਲੈ ਲਓ, ਕੋਈ ਵੀ ਲਾ ਲਓ, ਇਹ ਸਾਰੀ ਇੱਕ ਸਿੰਪਲ ਸਰਕਾਰੀ ਨੌਕਰੀਆਂ ਨੇ ਜਿਹਦੇ ਵਾਸਤੇ ਗਵਰਨਮੈਂਟ ਨੇ ਇੱਕ ਤਰੀਕਾ ਲੱਭਿਆ ਹੋਇਆ ਕਿ ਹਾਂ ਅਸੀਂ ਇਸ ਤਰ੍ਹਾਂ ਹੀ ਸਕਰੀਨਿੰਗ ਕਰਕੇ ਲੋਕਾਂ ਨੂੰ ਇਸ ਨੌਕਰੀ ਵਿੱਚ ਲੈ ਕੇ ਆਉਣਾ ਹੈ। ਕਿਉਂਕਿ ਸਾਰਿਆਂ ਨੂੰ ਨਹੀਂ ਦੇ ਸਕਦੇ, ਕਿਉਂਕਿ ਆਪਣੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ, ਤਾਂ ਕੋਈ ਨਾ ਕੋਈ ਇੱਕ ਟੈਸਟ ਰੱਖਦਾ ਹੈ, ਇੱਕ ਛੋਟਾ ਜਿਹਾ ਟੈਸਟ ਰੱਖ ਦਿੱਤਾ ਹੈ ਜਿਹਦੇ ਥਰੂ ਤੁਸੀਂ ਐਗਜ਼ਾਮ ਕਲੀਅਰ ਕਰੋ ਅਤੇ ਇਸ ਨੌਕਰੀ ਦੇ ਵਿੱਚ ਆ ਜਾਓ। ਇਸ ਤੋਂ ਵੀ ਅੱਛੀ ਨੌਕਰੀਆਂ ਐਗਜ਼ਿਸਟ ਕਰਦੀਆਂ ਨੇ ਇੰਡੀਆ ਦੇ ਵਿੱਚ, ਅਤੇ ਇਸ ਤੋਂ ਬੈਟਰ ਪੇਇੰਗ ਜੋਬਸ, ਬੈਟਰ ਫੈਸਿਲਿਟੀ ਵਾਲੀ ਜੋਬ ਵੀ ਐਗਜ਼ਿਸਟ ਕਰਨਗੀਆਂ। ਤਾਂ ਇਸ ਕਰਕੇ ਇਸ ਨੂੰ ਆਪਾਂ ਇੱਕ ਸਿੰਪਲ ਜਿਹੇ ਐਗਜ਼ਾਮ ਦੇ ਰਾਹੀਂ ਸੋਚ ਕੇ ਜੇ ਕਰਾਂਗੇ ਤਾਂ ਆਪਣੇ ਚਾਂਸਿਸ ਵੱਧ ਜਾਂਦੇ ਨੇ। ਬਿਕੋਜ਼ ਆਪਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਠੀਕ ਹੈ, ਜਿਹੜੀ ਤੁਸੀਂ ਗੱਲ ਕੀਤੀ I am possible, ਕਿ ਇਟ ਇਜ਼ ਆਲਸੋ ਪੋਸੀਬਲ। ਇਸ ਐਗਜ਼ਾਮ ਦੇ ਕੁਝ ਰਿਕੁਆਇਰਮੈਂਟਸ ਨੇ, ਉਹ ਜੇ ਤੁਸੀਂ ਪੂਰੀ ਕਰ ਲੈਂਦੇ ਹੋ ਤਾਂ ਇਸ ਐਗਜ਼ਾਮ ਨੂੰ ਵੀ ਤੁਸੀਂ ਕਲੀਅਰ ਕਰ ਲਓਗੇ ਅਤੇ ਇਸ ਨੌਕਰੀ ਦੇ ਵਿੱਚ ਤੁਸੀਂ ਆ ਜਾਓਗੇ। ਇਸ ਕਰਕੇ ਆਪਾਂ ਜਿਹੜਾ ਇੱਕ ਵੱਡੀ, ਇਹਨੂੰ ਬਹੁਤ ਵੱਡੀ ਇੱਕ ਉਪਲਬਧੀ ਬੋਲ ਦਿੰਦੇ ਆ ਆਪਣੇ ਮਾਈਂਡਸੈਟ ਦੇ ਵਿੱਚ, ਜਾਂ ਇਹਨੂੰ ਆਪਾਂ ਇੱਕ ਬਹੁਤ ਵੱਡਾ ਸਕਸੈਸ ਦਾ ਪੈਰਾਮੀਟਰ ਬੋਲਣ ਲੱਗ ਗਏ ਅੱਜ ਕੱਲ੍ਹ ਕਿ ਜੇ ਇਸ ਨੌਕਰੀ 'ਚ ਆ ਗਏ ਤਾਂ ਬਹੁਤ ਵੱਡੀ ਗੱਲ ਹੋ ਗਈ ਹੈ। ਤਾਂ ਉਹ ਜੇ ਹਟਾ ਦਾਂਗੇ ਤਾਂ ਜਾ ਸੌਖਾ ਹੋ ਜਾਏਗਾ। ਤਾਂ IPS ਬਣ ਕੇ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਐਂ ਲੱਗਦਾ ਹੈ ਕਿ ਨੋਰਮਲ ਇੱਕ ਮੇਰੇ ਵਾਸਤੇ ਨੌਕਰੀ ਹੈ, ਜੋ ਮੈਨੂੰ ਸਰਕਾਰ ਨੇ ਕੁਝ ਮੇਰੇ ਵਾਸਤੇ ਮੇਰੇ ਕਰਤੱਵ ਦੱਸੇ ਹੋਏ ਨੇ, ਮੈਨੂੰ ਉਹਨਾਂ ਨੂੰ ਪੂਰਾ ਕਰਨਾ ਹੈ। ਸਵੇਰ ਤੋਂ ਉੱਠੋ ਰੂਟੀਨ ਚਾਲੂ ਹੋ ਜਾਂਦਾ, ਸ਼ਾਮ ਤੱਕ ਉਹਨਾਂ ਵਿੱਚੋਂ ਜਿਹੜੇ ਸਾਡੇ ਰਿਕੁਆਇਰਮੈਂਟਸ ਅਸੀਂ ਪੂਰੇ ਕਰਦੇ ਹਾਂ ਅਤੇ ਨੋਰਮਲ ਲੋਕਾਂ ਵਾਂਗੂ ਹੀ ਅਸੀਂ ਘਰੇ ਜਾ ਕੇ ਆਰਾਮ ਨਾਲ ਰੋਟੀ ਖਾਂਦੇ ਹਾਂ। ਜਿਹੜਾ IPS ਤੁਸੀਂ ਪਹੁੰਚੇ ਹੋ IPS ਤੱਕ, ਇਸ ਦਾ ਤੁਸੀਂ ਸ਼੍ਰੇਅ ਜਿਹੜਾ ਕਿਹਨੂੰ ਦਿੰਦੇ ਹੋ ਵੀ ਕਿਸ ਤਰ੍ਹਾਂ ਇਸ ਤੱਕ ਪਹੁੰਚੇ ਤੁਸੀਂ? ਦੇਖੀਏ ਕਿ ਬਹੁਤ ਸਾਰੇ ਫੈਕਟ, ਜਿਹੜਾ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਕੁਝ ਤੁਹਾਡੀ ਉਪਲਬਧੀ, ਚਲੋ ਅਗੇਨ ਫਿਰ ਮੈਂ ਨਹੀਂ ਕਹੂੰਗਾ ਕਿ ਟੈਸਟ ਕਲੀਅਰ ਕੀਤਾ ਹੈ, ਤਾਂ ਕਈ ਚੀਜ਼ਾਂ, ਬਹੁਤ ਸਾਰੇ ਫੈਕਟਰ ਹੁੰਦੇ ਨੇ। ਸਭ ਤੋਂ ਵੱਡਾ ਜਿਹੜਾ ਫੈਕਟਰ ਹੁੰਦਾ ਇਨਵਾਇਰਨਮੈਂਟ ਦਾ ਫੈਕਟਰ ਹੁੰਦਾ, ਜਿਹੜਾ ਕਿ ਆਪਾਂ ਨਾ ਭੁੱਲ ਜਾਂਦੇ ਹਾਂ। ਆਪਾਂ ਜ਼ਿਆਦਾਤਰ ਯਾਦ ਰੱਖਦੇ ਹਾਂ ਅਸੀਂ ਮਿਹਨਤ ਕੀਤੀ, ਉਹ ਕੀਤੀ, ਬਟ ਕਿਸੇ ਚੀਜ਼ ਨੂੰ ਵੀ ਮੁਕਾਮ ਨੂੰ ਜਾਂ ਕਿਸੇ ਵੀ ਚੀਜ਼ ਨੂੰ ਹਾਸਿਲ ਕਰਨ ਵਾਸਤੇ ਇਨਵਾਇਰਨਮੈਂਟ ਬਹੁਤ ਇੰਪੋਰਟੈਂਟ ਹੈ। ਉਹ 95% ਰੋਲ ਕਰਦਾ, ਆਪਾਂ ਨੂੰ ਬਿਨਾਂ ਦੱਸੇ, ਬਿਨਾਂ ਪਤਾ ਚੱਲੇ ਉਹ ਵਰਕ ਕਰਦਾ ਰਹਿੰਦਾ ਹੈ। ਫੋਰ ਐਗਜ਼ਾਮਪਲ, ਹੁਣ ਘਰ ਦੇ ਵਿੱਚ ਕੈਸਾ ਮਾਹੌਲ ਦਿੱਤਾ, ਕਿ ਪੇਰੈਂਟਸ ਨੇ ਕਿਸ ਤਰ੍ਹਾਂ ਦੀ ਸਾਨੂੰ ਫੀਡ ਦਿੱਤੀ ਸ਼ੁਰੂ ਤੋਂ, ਸਾਡਾ ਮਾਈਂਡਸੈਟ ਕਿਵੇਂ ਸੈੱਟ ਕੀਤਾ, ਟੀਚਰਸ ਜਿਹੜੇ ਕਿ ਆਪਾਂ ਨੂੰ ਥੋੜ੍ਹਾ ਕਰਕੇ ਆਪਾਂ ਨੂੰ ਮੋਟੀਵੇਟ ਕਰਦੇ ਰਹਿੰਦੇ ਆ ਹੌਲੀ ਹੌਲੀ, ਪੇਰੈਂਟਸ ਜਿਹੜਾ ਕਿ ਮਾਹੌਲ, ਕਈ ਵਾਰ ਆਪਾਂ ਨੂੰ ਨਹੀਂ ਪੜ੍ਹਾਉਣਗੇ, ਜ਼ਰੂਰੀ ਨਹੀਂ ਕਿ ਪੇਰੈਂਟਸ ਤੁਹਾਨੂੰ ਪੜ੍ਹਾ ਸਕਣ, ਬਟ ਕਈ ਤਰੀਕਿਆਂ ਨਾਲ ਤੁਹਾਨੂੰ ਮੋਟੀਵੇਟ ਕਰਨਗੇ, ਛੋਟੇ ਹਿੰਟ ਛੱਡਣਗੇ ਕਿ ਅੱਛਾ ਬੇਟਾ ਆਹ ਕਰਕੇ ਦੇਖ ਲਓ, ਆਹ ਕਰਕੇ ਦੇਖ ਲਓ। ਜੋ ਤੁਸੀਂ ਉਦਾਸ ਹੋ ਜਾਂ ਤੁਸੀਂ ਥੋੜ੍ਹਾ ਲੋ ਫੀਲ ਕਰ ਰਹੇ ਹੋ, ਤੁਹਾਨੂੰ ਮੋਟੀਵੇਟ ਕਰਕੇ ਉੱਤੇ ਚੱਕ ਦੇਣਗੇ। ਤਾਂ ਇਹਨਾਂ ਚੀਜ਼ਾਂ ਦੀ ਜਿਹੜੀ ਵੈਲਿਊ ਹੈ ਤੁਸੀਂ ਕਾਊਂਟ ਨਹੀਂ ਕਰ ਪਾਓਗੇ। ਆਪਾਂ ਨੂੰ ਸਿਰਫ ਜਿਹੜੀ ਕਾਊਂਟੇਬਲ ਚੀਜ਼ ਦਿਸਦੀ ਹੈ ਕਿ ਆਪਾਂ ਕਿੱਥੇ ਪੜ੍ਹਾਈ ਕੀਤੀ, ਆਪਾਂ ਨੂੰ ਇਸ ਟੀਚਰ ਨੇ ਆਹ ਸਬਜੈਕਟ ਪੜ੍ਹਾਇਆ, ਇਸ ਕਰਕੇ ਮੇਰੇ ਨੰਬਰ ਆ ਗਏ, ਬਟ ਉਹ ਜਿਹੜੇ ਛੋਟੀ ਚੀਜ਼ਾਂ ਨੇ, ਜੋ ਤੁਸੀਂ ਉਹਨੂੰ ਕਾਊਂਟ ਕਰਕੇ ਲਾਓਗੇ ਤਾਂ 95% ਆ ਜਾਣਗੀਆਂ, 5% ਤੁਹਾਡਾ ਰਹਿ ਜਾਏਗਾ ਆਪਦੀ ਮਿਹਨਤ। ਕਿਸੇ ਵੀ ਫੀਲਡ 'ਚ, ਸਿਰਫ IPS IAS ਨਹੀਂ, ਕਿਸੇ ਵੀ ਫੀਲਡ 'ਚ ਵੀ 95% ਜੋ ਹੈ ਇਨਵਾਇਰਨਮੈਂਟ ਦਾ ਰੋਲ ਹੈ। ਤਾਂ ਇਨਸਾਨ ਦੀ ਕਦੇ ਵੀ ਇੰਡੀਵਿਜੂਅਲ ਮਿਹਨਤ ਦੇ ਨਾਲ ਹੋ ਹੀ ਨਹੀਂ ਸਕਦਾ। ਜਿਵੇਂ ਕਿ ਤੁਸੀਂ ਕਿਹਾ ਵੀ ਹੋਰ ਵੀ ਬਹੁਤ ਨੌਕਰੀਆਂ ਜਿਹੜੀਆਂ ਕਿ ਮੈਕਸਿਮਮ ਪੇਜ਼ ਵੀ ਹੈਗੀਆਂ, ਹੋਰ ਵੀ ਬਹੁਤ ਕੁਛ ਹੈ, ਪਰ ਤੁਸੀਂ IPS ਹੀ ਕਿਉਂ ਚੁਣਿਆ? ਉਹੀ ਜਿਵੇਂ ਹੁਣ ਜਸਟ ਇਸ ਤੋਂ ਪਹਿਲਾਂ ਜਿਹੜਾ ਤੁਹਾਡਾ ਸਵਾਲ ਸੀ ਕਿ 95% ਰੋਲ ਇਨਵਾਇਰਨਮੈਂਟ ਦਾ ਹੈ। ਤੁਹਾਡਾ ਇਨਸਾਨ ਕਿਸ
ਤਰਫ ਜਾ ਰਿਹਾ ਹੈ ਉਸ ਨੂੰ ਇਨਵਾਇਰਨਮੈਂਟ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਇੰਡੀਵਿਜੂਅਲ ਚੋਇਸ ਜਿਹੜੀ ਰਹਿ ਜਾਂਦੀ ਹੈ ਉਹ ਬਹੁਤ ਘੱਟ ਰਹਿ ਜਾਂਦੀ ਹੈ। ਤਾਂ ਇਸ ਕਰਕੇ ਜਿਵੇਂ ਸ਼ੁਰੂ ਤੋਂ ਮਾਹੌਲ ਜਿਵੇਂ ਘਰ ਦਾ ਦੇਖਿਆ, ਮੇਰੇ ਫਾਦਰ ਵੀ ਜਿਹੜੇ ਨੇ ਉਹ ਗਵਰਨਮੈਂਟ ਸਰਵਿਸ ਦੇ ਵਿੱਚ ਨੇ, ਤਾਂ ਅਸੀਂ ਇੱਕ ਮਾਹੌਲ ਦੇਖਿਆ, ਅਸੀਂ ਆਸ-ਪਾਸ ਆਪਣੇ ਵਿਚਰਦੇ ਆਫਿਸਰਸ ਨੂੰ ਦੇਖਿਆ, ਤਾਂ ਉਹਨਾਂ ਨੂੰ ਦੇਖ ਕੇ ਸਾਨੂੰ ਮੋਟੀਵੇਸ਼ਨ ਮਿਲੀ ਕਿ ਅੱਛਾ ਆਹ ਵੀ ਇੱਕ ਲਾਈਫ ਹੈ। ਅੱਛਾ, ਮੇਰਾ ਆਪ ਦਾ ਜਿਹੜਾ ਹੈ 12ਵੀਂ ਤੱਕ ਮੇਰਾ ਕੋਈ ਇਰਾਦਾ ਨਹੀਂ ਸੀ, ਕਾਲਜ ਦੇ ਦੌਰਾਨ ਵੀ ਕੋਈ ਇਰਾਦਾ ਨਹੀਂ ਸੀ। ਕਾਲਜ ਦੇ ਦੌਰਾਨ ਕਿਉਂਕਿ ਮੇਰਾ ਜਿਹੜਾ ਵਾਪਰਨਾ ਸੀ ਉਹ ਮੋਸਟਲੀ ਇੰਜੀਨੀਅਰਿੰਗ ਸਟੂਡੈਂਟਸ ਦੇ ਨਾਲ ਸੀ, ਤਾਂ ਮੇਰੇ ਦਿਮਾਗ 'ਚ ਸੀ ਅੱਛਾ ਮੈਨੂੰ ਇੱਕ ਵਧੀਆ ਇੱਕ ਨੌਕਰੀ ਚਾਹੀਦੀ ਹੈ ਜਿਹੜੀ ਅੱਛੀ ਸੈਲਰੀ ਦੇਗੀ, ਮੈਂ ਜਾ ਕੇ ਕੱਲ੍ਹ ਨੂੰ ਬੈਂਗਲੌਰ, ਨੋਇਡਾ, ਗੁੜਗਾਉਂ ਜਾਂ ਵੱਧ ਤੋਂ US ਜਾ ਕੇ ਸੈਟਲ ਹੋ ਜਾਣਾ ਹੈ, ਐਂ ਕਰਕੇ ਮੇਰਾ ਇੱਕ ਮਾਈਂਡ ਸੀ। ਫਿਰ ਜਦੋਂ ਮੈਂ ਘਰ ਆਇਆ ਤਾਂ ਉੱਥੇ ਹੌਲੀ ਅਗੇਨ এনवायरमेंट ਨੇ ਰੋਲ ਪਲੇ ਕੀਤਾ। ਫਿਰ ਮੈਨੂੰ ਥੋੜ੍ਹੀ ਮੋਟੀਵੇਸ਼ਨ ਹਿੰਟਸ ਸ਼ੁਰੂ ਹੋਏ ਕਿ ਅੱਛਾ ਇੱਕ ਆ ਵੀ ਚੀਜ਼ ਹੈ, ਇਹਨੂੰ ਵੀ ਕਰਕੇ ਦੇਖੋ, ਜੇ ਥੋੜਾ ਫਿਰ ਵੀ ਜੀ ਨਾ ਲੱਗਿਆ ਨਾ ਕਰੋ, ਬਟ ਐਟਲੀਸਟ ਟਰਾਈ ਕਰੋ। ਤਾਂ ਉਹ ਜਿਹੜਾ ਛੋਟਾ ਹਿੰਟਸ, ਛੋਟੀ ਜਿਹੜੀ ਨੱਜਿਸ ਨੇ ਆਪਾਂ ਕਹਿੰਦੇ ਆ, ਉਹਦੇ ਕਰਕੇ ਮੈਂ ਇੱਥੇ ਆ। ਮੇਰਾ ਤਾਂ ਐਕਚੁਅਲੀ ਕੋਈ ਸ਼ੁਰੂ ਤੋਂ ਕੋਈ ਪਲਾਨ ਵੀ ਨਹੀਂ ਸੀ। ਜਿਵੇਂ ਪਰਿਵਾਰ ਦੇ ਵਿੱਚ ਕਹਿ ਦਿਓ 6 ਬੱਚੇ, ਜਿਵੇਂ ਇੱਕ ਬੱਚਾ ਬਣ ਜਾਂਦਾ ਤਾਂ ਮੇਰਾ ਖਿਆਲ ਭੁੱਲਿਆ ਨਹੀਂ ਸਮਾਂਦਾ ਇਨਸਾਨ ਵੀ ਇੱਕ ਬੱਚਾ UPSC ਕਲੀਅਰ ਕਰ ਗਿਆ, ਪਰ ਪਰਿਵਾਰ ਦੇ ਵਿੱਚ 6 ਬੱਚੇ, ਇਹ ਤਾਂ ਯਾਰ ਬੜੀ ਵੱਡੀ ਇੱਕ ਅਚੀਵਮੈਂਟ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹੂੰਗਾ ਕਿ ਇਹਨੂੰ ਆਪਾਂ ਕੋਇਨਸੀਡੈਂਸ ਨਹੀਂ ਕਹਿ ਸਕਦੇ। ਕਈ ਚੀਜ਼ਾਂ 'ਚ ਕੀ ਹੁੰਦਾ ਹੈ ਕਿ ਆਪਾਂ ਕਹਿ ਦਈਏ ਚਲੋ 1 ਜਾਂ 2 ਆ ਜਾਣ ਤਾਂ ਕੋਇਨਸੀਡੈਂਸ ਹੈ, ਪਰ ਜਦੋਂ 5-6 ਲੋਕ ਆਉਂਦੇ ਤਾਂ ਮਤਲਬ ਇੱਕ ਪੈਟਰਨ ਸੈੱਟ ਹੋ ਗਿਆ। ਉਹ ਪੈਟਰਨ ਕਿਵੇਂ ਸੈੱਟ ਹੁੰਦਾ ਹੈ? ਅਗੇਨ ਜਿਵੇਂ 1-2 ਬੱਚੇ ਨਿਕਲ ਗਏ, ਉਹਨਾਂ ਨੂੰ ਦੇਖ ਕੇ ਬਾਕੀ ਸਾਰੇ ਥੋੜ੍ਹੇ ਪ੍ਰੇਰਿਤ ਹੋ ਗਏ, ਜਾਂ ਉਹਨਾਂ ਦਾ ਵੀ ਮਨ ਕੀਤਾ ਕਿ ਚਲੋ ਅਸੀਂ ਵੀ ਇਸ ਫੀਲਡ ਨੂੰ ਐਕਸਪਲੋਰ ਕਰਨਾ ਚਾਹਾਂਗੇ, ਤਾਂ ਉਹਨਾਂ ਨੇ ਵੀ ਐਗਜ਼ਾਮ ਦਿੱਤਾ, ਉਹਨਾਂ ਦਾ ਵੀ ਨਿਕਲ ਗਿਆ। ਪੁਰਾਣਿਆਂ ਵਾਲਿਆਂ ਨੇ ਜਿਹੜੀ ਗਲਤੀਆਂ ਕੀਤੀਆਂ ਸੀ, ਨਵਿਆਂ ਨੇ ਉਹਨਾਂ ਤੋਂ ਸਿੱਖ ਲਿਆ ਕਿ ਅਸੀਂ ਅੱਛਾ ਆਹ ਨਾ ਕਰੀਏ, ਆਹ ਕਰ ਲਈਏ। ਤਾਂ ਉਹਨਾਂ ਕੋਲ ਇੱਕ ਗਾਈਡੈਂਸ ਸੀ। ਸੇਮ এনवायरमेंट ਦੇ ਸਾਰੇ ਪਲੇ ਬੜੇ ਨੇ, এনवायरमेंट ਸੇਮ ਰਹਿ ਰਿਹਾ, ਥੋੜ੍ਹਾ ਐਗਜ਼ਾਮ ਦੇ ਪੈਰਾਮੀਟਰ ਚੇਂਜ ਹੁੰਦੇ ਆ, ਉਹ ਨਵੇਂ ਸਿਸਟਮ ਦੇ ਹਿਸਾਬ ਨਾਲ ਉਹ ਵੀ ਢਲ ਗਏ। ਤਾਂ ਮੈਨੂੰ ਇਹ ਲੱਗਦਾ ਕਿ ਅਗੇਨ ਸੇਮ এনवायरमेंट ਪਲੱਸ ਪੁਰਾਣਿਆਂ ਦੀ ਥੋੜ੍ਹੀ ਗਲਤੀਆਂ ਤੋਂ ਸਿੱਖ ਕੇ ਉਹ ਅੱਗੇ ਨਿਕਲ। ਜਿਵੇਂ ਕਿ 6 ਬੱਚੇ ਤਾਂ ਬਣ ਚੁੱਕੇ ਹੈ, ਪਰ ਹੋਰ ਬੱਚਿਆਂ ਨੂੰ ਵੀ ਬਣਨ ਲਈ ਤੁਸੀਂ ਕੀ ਮੈਸੇਜ ਨੌਜਵਾਨ ਪੀੜ੍ਹੀ ਨੂੰ ਦੇਣਾ ਚਾਹੋਗੇ? ਮੈਂ ਪਹਿਲੀ ਗੱਲ ਤਾਂ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹਾਂਗਾ ਕਿ ਪਹਿਲਾਂ ਆਪਣੀ ਜਿਹੜੀ ਪੜ੍ਹਾਈ ਹੈ ਕੋਈ ਵੀ, ਜਾਂ ਇਸ ਟਾਈਮ 'ਤੇ ਉਹ ਸਕੂਲ ਦੀ ਪੜ੍ਹਾਈ ਹੈ ਜਾਂ ਗ੍ਰੈਜੂਏਸ਼ਨ ਦੀ ਪੜ੍ਹਾਈ ਹੈ, ਉਹਨੂੰ ਸੀਰੀਅਸਲੀ ਕੀਤਾ ਜਾਵੇ। ਇਹ ਤਾਂ ਮੇਰੇ ਪਹਿਲਾ ਹੈ। ਸੈਕਿੰਡ, ਉਸ ਤੋਂ ਬਾਅਦ ਸੋਚਿਆ ਜਾਵੇ ਪੜ੍ਹਾਈ ਦੇ ਦੌਰਾਨ, ਸੋਚ ਲੈਣ ਕਿ ਕੀ ਕਰਨਾ ਚਾਹੁੰਦੇ ਨੇ। ਅਗੇਨ ਮੈਂ ਕਿਸੇ ਨੂੰ ਵੀ ਇਹ ਨਹੀਂ ਕਹਿਣਾ ਚਾਹੂੰਗਾ ਕਿ ਤੁਸੀਂ ਇਸੀ ਫੀਲਡ 'ਚ ਆਓ। ਇਸ ਫੀਲਡ 'ਚ ਕੰਮ ਕਰਨ ਤੋਂ ਬਾਅਦ 4 ਸਾਲ ਲਾਉਣ ਤੋਂ ਬਾਅਦ ਜਾਂ ਆਪਦੇ ਆਸ-ਪਾਸ ਦੇਖਣ ਤੋਂ ਬਾਅਦ ਇਹ ਕਹੂੰਗਾ ਕਿ ਜਿਹੜੀ ਫੀਲਡ ਤੁਹਾਨੂੰ ਸੈਟਿਸਫੈਕਸ਼ਨ ਦੇਵੇ ਉਹ ਕਰੋ। ਪਲੱਸ ਕਈ ਫੀਲਡਸ ਐਸੀਆਂ ਨੇ ਜਿਹੜੀ ਅਜੇ ਵੀ ਅਨਐਕਸਪਲੋਰਡ ਨੇ, ਛੋਟੇ ਇਲਾਕਿਆਂ 'ਚ ਉੱਥੇ ਤੱਕ ਪਹੁੰਚੀ ਨਹੀਂ ਗੱਲ ਕਿ ਅੱਛਾ ਆਹ ਵੀ ਐਗਜ਼ਿਸਟ ਕਰਦਾ ਹੈ, ਜਿਹਦੇ ਵਿੱਚ ਲੋਕਾਂ ਨੂੰ ਮਜ਼ਾ ਆ ਸਕਦਾ ਹੈ। ਤਾਂ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਕਿ ਕੀ ਕਰ ਸਕਦੇ ਹੋ। ਇੱਕ BSc MSc ਸਟੂਡੈਂਟ ਐਂ ਸੋਚਦਾ ਇਸ ਤੋਂ ਬਾਅਦ ਕਿ ਮੇਰਾ ਦਾਇਰਾ ਇਕੱਲਾ ਟੀਚਰ ਤੱਕ ਹੈ। ਟੀਚਰ ਇੱਕ ਬਹੁਤ ਵਧੀਆ ਜੋਬ ਹੈ, ਬਟ ਉਹ ਇਕੱਲਾ ਇਹ ਸੋਚਦਾ ਕਿ ਇਸ ਤੋਂ ਅੱਗੇ ਮੈਂ ਕੁਝ ਕਰ ਹੀ ਨਹੀਂ ਸਕਦਾ। ਪਰ ਉਹਨੂੰ ਪਤਾ ਹੀ ਨਹੀਂ ਕਿ ਅੱਜ ਦੇ ਟਾਈਮ ਰਿਸਰਚ ਐਗਜ਼ਿਸਟ ਕਰਦੀ ਹੈ, ਐਸੀ ਕੰਪਨੀਆਂ ਨੇ ਜੋ ਕਿ ਰਿਸਰਚ ਓਪਰਚੁਨਿਟੀਜ਼ ਦਿੰਦੀਆਂ ਨੇ BSc MSc ਸਟੂਡੈਂਟਸ ਨੂੰ। ਤਾਂ ਵੱਧ ਤੋਂ ਵੱਧ ਇਹ ਚੈੱਕ ਕਰਨ ਕੀ ਅਵੇਲੇਬਲ ਹੈ, ਮੇਰੇ ਸਬਜੈਕਟਸ ਨਾਲ ਕੀ ਸਹੀ ਜੱਚਦਾ ਹੈ, ਉਸ ਤੋਂ ਬਾਅਦ ਉਹਨੂੰ ਚੂਜ਼ ਕਰਨ ਤੋਂ ਬਾਅਦ ਉਸ 'ਚ ਲੱਗ ਜਾਣ। ਕਿਸੇ ਵੀ ਫੀਲਡ 'ਚ ਅੱਛਾ ਪਹੁੰਚਿਆ ਜਾ ਸਕਦਾ ਹੈ। ਇਹ IAS IPS IRS ਅਗੇਨ ਇਹ ਸੁਣਨ 'ਚ ਬਹੁਤ ਵੱਡੇ ਲੱਗਦੇ ਨੇ, ਇਹ ਇੱਕ ਸਿੰਪਲ ਸਰਕਾਰੀ ਨੌਕਰੀਆਂ ਨੇ। ਸਾਨੂੰ ਇਹ ਫੀਲਡ ਚੂਜ਼ ਕਰ ਲਿਆ, ਕਈ ਨੂੰ ਇਹ ਨਹੀਂ ਪਸੰਦ ਸਕਦਾ, ਕਿਸੇ ਨੂੰ ਆ ਸਕਦਾ। ਅੱਜ ਅਸੀਂ ਉਸੇ ਪਰਿਵਾਰ ਦੇ ਬੱਚੇ ਨਾਲ ਜੁੜੇ ਹੋਏ ਹਾਂ, ਨਿਤਿਸ਼ ਗੁਪਤਾ ਜੀ ਨਾਲ, ਜਿਹੜੇ ਕਿ ਪਹਿਲਾਂ ਡਾਕਟਰ ਸੀ, ਪਰ ਡਾਕਟਰੀ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਵੀ UPSC ਸਿਵਲ ਦੀ ਪ੍ਰੀਖਿਆ ਜਿਹੜੀ ਕਲੀਅਰ ਕੀਤੀ। ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਵੀ ਕਿਸ ਤਰ੍ਹਾਂ ਉਹਨਾਂ ਦੇ ਮਾਈਂਡ 'ਚ ਆਇਆ ਵੀ UPSC ਦੀ ਜਿਹੜੀ ਪ੍ਰੀਖਿਆ ਉਹਨੂੰ ਕਲੀਅਰ ਕਰਨੀ ਚਾਹੀਦੀ ਹੈ, ਤੇ ਡਾਕਟਰੀ ਜਿਹੜਾ ਹੈਗਾ ਵੀ ਉਹਨਾਂ ਨੇ MBBS ਜਦੋਂ ਕੀਤੀ ਹੋਈ ਸੀ। ਹਾਂਜੀ ਨਿਤਿਸ਼ ਜੀ, ਪਹਿਲਾਂ ਤਾਂ ਅਜੀਤ ਵੈਬ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਸਭ ਤੋਂ ਪਹਿਲਾਂ ਅਜੀਤ ਸਮਾਚਾਰ ਦਾ ਧੰਨਵਾਦ ਕਰਦਾ, ਅਤੇ ਤੁਹਾਡਾ ਵੀ ਧੰਨਵਾਦ ਕਰਦਾ ਸਰ, ਤੁਸੀਂ ਮੇਰੇ ਕੋਲ ਆਏ, ਪਰਿਵਾਰ ਨਾਲ ਜੁੜੇ। ਅਤੇ ਜਿਵੇਂ ਤੁਸੀਂ ਕਿਹਾ ਕਿ ਮੈਂ MBBS PGIMS ਰੋਹਤਕ ਤੋਂ ਕੀਤੀ। MBBS ਮੈਂ 2013 ਬੈਚ ਦਾ ਵਿਦਿਆਰਥੀ ਹਾਂ, ਅਤੇ ਮੇਰੀ 2018 ਦੇ ਵਿੱਚ MBBS ਪੂਰੀ ਹੋਈ। ਉਸ ਤੋਂ ਬਾਅਦ ਮੈਂ UPSC ਦੇ ਵਿੱਚ ਤਿਆਰੀ ਸਟਾਰਟ ਕੀਤੀ, ਅਤੇ ਮੈਂ ਇੰਡੀਅਨ ਡਿਫੈਂਸ ਸਟੇਟ ਸਰਵਿਸਿਜ਼ ਦੇ ਵਿੱਚ ਸਿਲੈਕਟ ਹੋਇਆ 2021 ਦੇ ਵਿੱਚ, ਅਤੇ ਅੱਜ ਕੱਲ੍ਹ ਮੈਂ ਜੁਆਇੰਟ CEO ਪੂਨੇ ਪੋਸਟਡ ਹਾਂ। ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਵੀ ਐਡੇ ਉੱਚੇ ਮੁਕਾਮ 'ਤੇ ਪਹੁੰਚਣਾ, ਜਦੋਂ ਕਿ ਇੱਕ ਬੰਦਾ ਸੋਚਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਵੀ UPSC ਕਲੀਅਰ ਕਰਨ ਦਾ ਸੁਪਨਾ ਹਰੇਕ ਦਾ ਹੁੰਦਾ, ਪਰ ਇਹਨੂੰ ਮੁਕਾਮ ਤੱਕ ਪਹੁੰਚਣਾ ਬੜਾ ਔਖਾ ਲੱਗਦਾ ਹੁੰਦਾ, ਕੀ ਕਹਿਣਾ ਚਾਹੀਦਾ? ਮੈਨੂੰ ਲੱਗਦਾ ਕਿ ਕੋਈ ਵੀ ਸੁਪਨਾ ਮਿਹਨਤ ਦੇ ਨਾਲ ਪੂਰਾ ਹੋ ਸਕਦਾ। ਸਾਨੂੰ ਆਪਣੀ ਥੋੜ੍ਹੀ ਜਿਹੀ ਸੋਚ ਨੂੰ ਉਸ ਬਾਊਂਡਰੀ ਤੋਂ ਬਾਹਰ ਲੈ ਕੇ ਜਾਣ ਦੀ ਲੋੜ ਹੈ। ਇਹਦੇ ਵਿੱਚ ਸਮਾਜ, ਪਰਿਵਾਰ ਅਤੇ ਆਪਣਾ ਤਿੰਨੋਂ ਦਾ ਹੀ ਜ਼ੋਰ ਉਨਾ ਹੀ ਚਾਹੀਦਾ ਹੈ।
ਤੇ ਮੈਂ ਸਮਝਦਾ ਆਪਦੇ ਆਪ ਨੂੰ ਲੱਕੀ ਸਮਝਦਾ ਕਿ ਮੈਨੂੰ ਸਮਾਜ ਨੇ ਬਹੁਤ ਹੈਲਪ ਕੀਤਾ, ਜਿਹਦੇ ਵਿੱਚ ਮੇਰੇ ਦੋਸਤ, ਕਿ ਮੈਨੂੰ ਕੋਈ ਰੁਕਾਵਟਾਂ ਬਹੁਤ ਘੱਟ ਆਈਆਂ ਤੇ ਉਸ ਕਰਕੇ ਮੈਂ ਆਪਣਾ ਨੂੰ ਬਹੁਤ ਪ੍ਰਿਵਿਲੇਜਡ ਵੀ ਸਮਝਦਾ ਤੇ ਮੇਰੇ ਪਰਿਵਾਰ ਨੇ ਵੀ ਮੈਨੂੰ ਉਤਨਾ ਹੀ ਸਹਾਇਤਾ ਦਿੱਤੀ। ਜਿਸ ਤਰ੍ਹਾਂ ਕਿ ਤੁਸੀਂ MBBS ਕੀਤੀ ਹੋਈ ਹੈ, ਡਾਕਟਰ ਸੀਗੇ, ਤੁਹਾਡੇ ਮਾਈਂਡ 'ਚ ਕਿੱਥੋਂ ਇੱਕ ਆਇਆ ਵੀ ਮੈਂ ਵੀ ਜਿਹੜੀ ਹੈਗੀ UPSC ਮੈਨੂੰ ਕਰਨੀ ਚਾਹੀਦੀ ਹੈ ਜਾਂ ਇਸ ਮੁਕਾਮ ਤੇ? ਇਹਦੀ ਜਿਹੜਾ ਮੇਰਾ ਅਸਲੀ ਜਨੂਨ ਹੈ, ਮੇਰੀ ਸਿਸਟਰ ਜੋ ਕਿ ਖੁਸ਼ਬੂ ਗੁਪਤਾ IAS ਅੱਜ ਕੱਲ੍ਹ 19 ਬੈਚ ਦੇ ਨੇ, ਤੇ ਮੇਰਾ ਰੀਅਲ ਕਜ਼ਨ ਜੋ ਕਿ ਮੈਨੂੰ ਮਤਲਬ ਪੱਕੇ ਭਰਾਵਾਂ ਤੋਂ ਆਪਾਂ ਕਹਿੰਦੇ ਵੀ ਵੱਧ ਕੇ ਹੈ ਮੇਰੇ ਲਈ, ਗੌਤਮ ਗੋਇਲ, ਉਹ IPS ਤਮਿਲਨਾਡੂ ਕੈਡਰ ਹੈ। ਇਹਨਾਂ ਦੋਨਾਂ ਤੋਂ ਮੈਂ ਪ੍ਰੇਰਿਤ ਹੋ ਕੇ ਮੈਂ UPSC ਦੀ ਤਿਆਰੀ ਸਟਾਰਟ ਕੀਤੀ ਤੇ ਇਹਨਾਂ ਨੂੰ ਜਦੋਂ ਮੈਂ ਪੜ੍ਹਦੇ ਦੇਖਦਾ ਸੀ ਤਾਂ ਮੈਨੂੰ ਐਂ ਲੱਗਦਾ ਸੀ ਕਿ ਇਹ ਮੈਂ ਵੀ ਕਰ ਸਕਦਾ। ਐਕਚੁਅਲੀ ਹਰ ਕੋਈ ਇਨਸਾਨ ਦੇ ਵਿੱਚ, ਨਿਤਿਸ਼, ਖੁਸ਼ਬੂ, ਕੋਈ ਵੀ ਇਨਸਾਨ ਦੇ ਵਿੱਚ ਵੱਡੇ ਤੋਂ ਵੱਡਾ ਸ਼ਖਸੀਅਤ ਉਹਦੇ ਵਿੱਚ ਹੈ, ਬਸ ਉਹਨੂੰ ਪਛਾਣਨ ਦੀ ਲੋੜ ਹੈ। ਮੈਨੂੰ ਲੱਗਦਾ ਕਿ ਮੇਰੇ ਦੋਨੋਂ ਵੱਡੇ ਭੈਣ ਭਰਾ ਇੱਕ ਉਹ ਜ਼ਰੀਆ ਬਣੇ ਕਿ ਮੈਂ ਉਹਨਾਂ ਨੂੰ ਦੇਖਦੇ ਹੋਏ ਇਸ ਮੁਕਾਮ ਤੇ ਪਹੁੰਚਿਆ। ਜਿਹੜੀ ਅੱਜ ਨੌਜਵਾਨ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਜਿਹੜੀ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ, ਵਿਦੇਸ਼ਾਂ ਵੱਲ ਹੀ ਜਾ ਰਹੀ ਹੈ, ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕੁਝ ਨਹੀਂ ਹੈਗਾ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਤੁਹਾਡੇ ਕੁਐਸਚਨ ਤੋਂ ਮੈਨੂੰ ਇੱਕ ਬੜੀ ਵਧੀਆ ਗੱਲ ਯਾਦ ਆਈ ਕਿ ਕਈ ਵਾਰ ਇੱਕ ਮੇਰਾ ਵਧੀਆ ਦੋਸਤ ਇੱਕ ਗੱਲ ਕਹਿੰਦਾ ਹੁੰਦਾ कि मिलता बहुत कुछ है इस ज़िंदगी में, मिलता बहुत कुछ है इस ज़िंदगी में, लेकिन हम गिनती उसी की करते हैं जो हासिल ना हो सका। तो कई बार सानू लगता कि इत्थे आ नहीं मिलिया, चल आप चलीए +2 ਤੋਂ ਬਾਅਦ ਬਾਹਰ ਚੱਲੀਏ। हर किसी की एक पर्सनल सोच हो सकती है, पर मैं चाਹੁੰਦਾ कि जे आप बाहर जाना, बाहर ਨੂੰ रुख करना, अजकल ਦੀਆਂ ਸਰਕਾਰਾਂ ਵੀ ਕਹਿੰਦੀਆਂ कि आप पढ़ लिख के जाइए, क्यों ना ਆਪਣਾ ਦੇਸ਼ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਆਪਦਾ ਨਾਮ ਕਮਾਵੇ, ਵੱਡੀਆਂ ਪੋਸਟਾਂ 'ਤੇ ਪਹੁੰਚੇ। ਬਸ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਕਿ ਪੰਜਾਬ ਦਾ ਅੱਜ ਕੱਲ੍ਹ ਦਾ ਯੂਥ ਥੋੜ੍ਹਾ ਜਿਹਾ ਡਰੱਗਸ ਤੋਂ ਜਿਹੜਾ ਕਿ ਆਪਾਂ ਮੁੜ ਚੱਲੇ ਆ, ਇੱਕ ਆਪਾਂ ਕਹਿੰਦੇ ਆ ਪੰਜਾਬ 5 ਦਰਿਆ, 6ਵਾਂ ਦਰਿਆ ਜਿਹੜਾ ਡਰੱਗਸ ਦਾ ਚੱਲ ਪਿਆ, ਆਪਾਂ ਉਹਨੂੰ ਰੋਕਣਾ ਸਮਾਜ ਦਾ ਇਹਦੇ ਵਿੱਚ ਜ਼ਰੂਰੀ ਹੈ। ਨਾਲ ਹੀ ਜਿਹੜਾ ਬਾਹਰ ਨੂੰ ਚੱਲਣ ਹੋ ਗਿਆ, ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਉੱਧਰ ਵੀ ਆਪਾਂ ਥੋੜ੍ਹਾ ਘਟਾਉਣਾ। ਇਸੇ ਪਰਿਵਾਰ ਦੇ ਆਪਣੇ ਨਾਲ ਜੁੜੇ ਹੋਏ ਆ ਹੁਣ ਜਿਹੜੇ ਸਿਵਲ ਦੀ ਪ੍ਰੀਖਿਆ ਕਲੀਅਰ ਕਰਨ ਵਾਲੇ ਵਰਸ਼ਾ ਜੀ। ਆਪਾਂ ਵਰਸ਼ਾ ਜੀ ਨਾਲ ਗੱਲ ਕਰਦੇ ਹਾਂ ਵੀ ਕੀ ਕਹਿਣਾ ਚਾਹੁੰਦੀ ਹੈ। ਹਾਂਜੀ ਵਰਸ਼ਾ ਜੀ, ਪਹਿਲਾਂ ਤਾਂ ਅਜੀਤ ਵੈਬ ਦੇ ਵਿੱਚ ਤੁਹਾਡਾ ਸਵਾਗਤ ਹੈ। जी बहुत बहुत धन्यवाद आपका हाँ। कि इस माध्यम से मैं अपनी बात जो है लोगों तक पहुंचा पा रही हूं। और मेरा नाम वर्षा है। मैं अभी IRTS हूँ, इंडियन रेलवे ट्रैफिक सर्विस ऑफिसर हूँ, 2019 बैच। और मेरा हमेशा से ही ये रहा है कि मुझे सिविल सर्विसेज ही करना था। तो 12th तक तो मैंने जो है अपनी स्कूल की पढ़ाई को काफ़ी सीरियसली किया था। उसके बाद फिर मैंने इंजीनियरिंग किया, तो वहाँ पे जो था मैंने काफ़ी सारे मतलब और भी ऑप्शंस जो हैं वो एक्सप्लोर किए, बट फिर मेरा ये था कि नहीं, मुझे सिविल सर्विसेज ही करना है। तो इसलिए फिर जो है मैंने इस एग्ज़ाम की तैयारी की और भगवान की दुआ से, भगवान की कृपा से और बाकी फैमिली के सपोर्ट से जो है ये अचीव हो पाया है। आप इस मुकाम पे पहुँचे हैं, आप नौजवान पीढ़ी जो है उसको क्या संदेश देना चाहेंगे? नौजवान पीढ़ी के पास अभी जो है उनके पास इतने सारे डिस्ट्रैक्शंस हो चुके हैं, उनके पास इतनी सारी ऑलरेडी इन्फॉर्मेशन है और उनके पास सारे रिसोर्सेज अवेलेबल हैं। मैं उन्हें सिर्फ यही कहना चाहूँगी कि आपके पास जो भी रिसोर्सेज अवेलेबल है आप उनको ज़्यादा से ज़्यादा और अच्छा यूज़ करें और इस चीज़ को जो है अपनी प्रगति में लगाएं। और मतलब जो आपका मन चाहे, आपको जो फील्ड चुनना हो आप वो चुने, जिसमें आपका इंटरेस्ट हो या जो आपको करना चाहते हैं आप वो करें, क्योंकि सबका एक अपना अपना इंटरेस्ट होता है कि मुझे ये करना है, मुझे ये करना है। तो पहले ऐसा होता था कि हमारे पास कुछ चीज़ों की अवेलेबिलिटी कम होती थी या हमारे पास कंस्ट्रेंट्स बहुत होते थे, बट वो कंस्ट्रेंट्स अब हट चुके हैं। तो ये एक पॉजिटिव साइन है, बट इसके साथ साथ एक नेगेटिविटी भी आई है कि हम जो है उस चीज़ का मतलब बच्चे जो है वो गलत राह पे भी पकड़ लेते हैं। तो मैं उन्हें सिर्फ यही कहना चाहूँगी कि आप अपने पेरेंट्स के गाइडेंस में रहें, अपने टीचर्स के गाइडेंस में रहें, और बाकी आपके पास रिसोर्सेज की कोई कमी नहीं है, उनका आप अच्छे से अच्छा यूज़ करें और आगे बढ़ते जाएं। ठीक ਹੁਣ ਸਾਡੇ ਨਾਲ ਮੌਜੂਦ ਹਨ ਇਸੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਨੂੰ ਸ਼੍ਰੇਅ ਜਾਂਦਾ ਹੈ ਵੀ ਜਿਹੜੇ 6 ਬੱਚੇ ਜਿਹੜੇ IAS IPS ਸਿਵਲ ਪ੍ਰੀਖਿਆ ਕਲੀਅਰ ਕੀਤੀ ਹੈ ਵੀ ਉਹਨਾਂ ਦਾ ਸ਼੍ਰੇਅ ਜਾਂਦਾ ਹੈ, ਇਹਨਾਂ ਨੂੰ ਜਾਂਦਾ ਹੈ। ਤੇ ਆਪਾਂ ਗੱਲ ਕਰਦੇ ਹਾਂ ਇਹਨਾਂ ਨਾਲ ਵੀ ਕੀ ਜਿਹੜਾ ਹੈਗਾ ਪੇਰੈਂਟਸ ਨੂੰ ਆਹ ਜਿਹੜਾ ਹੈਗਾ ਕੀ ਮੈਸੇਜ ਦੇਣਾ ਚਾਹੁੰਦੇ ਹਨ, ਕਿਉਂਕਿ ਇਹਨਾਂ ਨੇ ਲੱਗਦਾ ਵੀ 6 ਬੱਚੇ ਬਣ ਗਏ ਪਰ ਹੋਰ ਬੱਚੇ ਵੀ ਬਣਨ, ਉਹਨਾਂ ਵਾਸਤੇ ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਹਾਂਜੀ, ਪਹਿਲਾਂ ਤਾਂ ਅਜੀਤ ਵੈਬ ਦੇ ਵਿੱਚ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਇਸ ਲਈ ਮੈਂ ਅਜੀਤ ਪਰਿਵਾਰ ਦਾ ਧੰਨਵਾਦ ਕਰਦੀ ਹਾਂ ਤਹਿ ਦਿਲੋਂ।
ਕਿਵੇਂ ਲੱਗ ਰਿਹਾ ਤੁਹਾਨੂੰ ਵੀ 6 ਬੱਚੇ ਪਰਿਵਾਰ ਦੇ ਵਿੱਚ ਬਣ ਗਏ? ਤੁਸੀਂ ਹੋਰ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕਿਉਂਕਿ ਤੁਹਾਡਾ ਪਰਿਵਾਰ ਦੇ ਵਿੱਚ 6 ਬੱਚਿਆਂ ਨੂੰ ਬਣਾਉਣ ਦੇ ਵਿੱਚ ਅਹਿਮ ਯੋਗਦਾਨ ਰਿਹਾ ਹੈ। ਨੈਚੁਰਲੀ ਜੀ ਬੱਚਿਆਂ ਨੇ ਜੇ ਬੱਚੇ ਅੱਜ ਆਪਣੇ ਮੁਕਾਮ ਤੇ ਪਹੁੰਚ ਚੁੱਕੇ ਨੇ, ਆਪਣਾ ਰੁਜ਼ਗਾਰ ਦਾ ਸਾਧਨ ਉਹਨਾਂ ਨੇ ਲੱਭ ਲਿਆ ਹੈ, ਤਾਂ ਹਰ ਪੇਰੈਂਟਸ ਹਰ ਆਪਣੀ ਇਸ ਜ਼ਿੰਦਗੀ 'ਚ ਇੱਕ ਇਹ ਟਾਰਗੇਟ ਲੈ ਕੇ ਚੱਲਦਾ ਹੈ ਕਿ ਜੋ ਮੈਂ ਜਨਮ ਦਿੱਤਾ ਬੱਚਿਆਂ ਨੂੰ ਤਾਂ ਉਹ ਆਪਣੀ ਜ਼ਿੰਦਗੀ 'ਚ ਇੱਕ ਅੱਛੇ ਰਸਤੇ ਤੇ ਚੱਲ ਪੈਣ। ਤਾਂ ਨੈਚੁਰਲੀ ਇਹਨਾਂ ਬੱਚਿਆਂ ਨੇ ਇਹ ਵਾਲੀ ਲਾਈਨ ਨੂੰ ਅਡੋਪਟ ਕੀਤਾ ਹੈ, ਉਹਦੇ ਵਿੱਚ ਸਿਲੈਕਟ ਹੋਏ ਨੇ। ਹੁਣ ਲੱਗਦਾ ਹੈ ਕਿ ਆਪਣਾ ਸੁਸਾਇਟੀ ਨੂੰ ਆਪਣਾ ਪੂਰਾ ਯੋਗਦਾਨ ਦੇਣਗੇ। ਜੇ ਮੈਂ ਹੋਰ ਪੇਰੈਂਟਸ ਦੀ ਗੱਲ ਕਰਾਂ, ਮੈਂ ਬਸ ਪੇਰੈਂਟਸ ਨੂੰ ਇਹੀ ਕਹੂੰਗੀ ਕਿ ਬੱਚਿਆਂ 'ਚ ਬਹੁਤ ਕੁਝ ਛੁਪਿਆ ਪਿਆ, ਬੱਚੇ ਬਹੁਤ ਟੈਲੈਂਟਡ ਨੇ। ਤੁਸੀਂ ਬੱਚਿਆਂ ਦੇ ਨਾਲ ਰਹੋ, ਬੱਚਿਆਂ ਦਾ ਸਾਥ ਦੇਵੋ। ਸੋਸ਼ਲ ਮੀਡੀਆ 'ਤੇ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ, ਸੋਸ਼ਲ ਮੀਡੀਆ ਤੋਂ ਅਸੀਂ ਆਪ ਵੀ ਦੂਰ ਰਹੀਏ। ਬੱਚਿਆਂ ਦੇ ਕੋਲ ਬੈਠ ਕੇ ਜੇ ਸਾਨੂੰ ਜ਼ਰੂਰੀ ਨਹੀਂ ਹੁੰਦਾ ਕਿ ਬੱਚਿਆਂ ਨੂੰ ਸਾਨੂੰ ਉਹਨਾਂ ਦਾ ਸਿਲੇਬਸ ਯਾਦ ਹੋਵੇ, ਸਾਨੂੰ ਉਹਨਾਂ ਦੀਆਂ ਕਿਤਾਬਾਂ ਯਾਦ ਹੋਣ। ਸਾਨੂੰ ਉਹਨਾਂ ਨੂੰ ਟਾਈਮ ਦੇ ਦੇਣਾ, ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਮੁਤਾਬਕ ਗੱਲਾਂ ਕਰਨੀਆਂ, ਇਹ ਇੱਕ ਵੱਡਾ ਯੋਗਦਾਨ ਹੁੰਦਾ ਹੈ। ਪੇਰੈਂਟਸ ਇਹ ਨਾ ਸੋਚਣ ਕਿ ਅਸੀਂ ਤਾਂ ਪੜ੍ਹੇ ਲਿਖੇ ਨਹੀਂ ਹੈ। ਨਹੀਂ, ਇਹ ਗੱਲ ਨਹੀਂ ਹੈ। ਬੱਚੇ ਸਾਥੋਂ ਕੋਈ ਪੜ੍ਹਾਈ ਦੀਆਂ ਗੱਲਾਂ ਦੀ ਐਸੀ ਕੋਈ ਉਹਨਾਂ ਦੀ ਡਿਮਾਂਡ ਨਹੀਂ ਹੁੰਦੀ। ਬੱਚੇ ਇਨਵਾਇਰਮੈਂਟ ਦੀ ਡਿਮਾਂਡ ਕਰਦੇ ਨੇ। ਉਹ ਇਨਵਾਇਰਮੈਂਟ ਘਰ ਦੇ ਵਿੱਚ ਬਣਾਓ, ਉਹਨਾਂ ਦੀ ਸਿਹਤ ਦਾ ਧਿਆਨ ਰੱਖੋ ਤਾਂ ਕਿ ਬੱਚੇ ਜ਼ਰੂਰ ਬੱਚੇ ਸਾਡਾ ਸਾਥ ਦੇਣਗੇ ਜੇ ਅਸੀਂ ਬੱਚਿਆਂ ਦਾ ਸਾਥ ਦੇ ਰਹੇ ਹਾਂ। ਮੈਂ ਆਪਣੀ ਜ਼ਿੰਦਗੀ ਦੀ ਵਿੱਚੋਂ ਇੱਕ ਇਹੀ ਰਿਜ਼ਲਟ ਕੱਢਿਆ ਹੈ ਕਿ ਅਸੀਂ ਬੱਚਿਆਂ ਦੇ ਨਾਲ ਰਹੀਏ, ਬੱਚਿਆਂ ਨੂੰ ਪੋਜ਼ਿਟਿਵਿਟੀ ਵੱਲ ਵਧਾਈਏ। ਹੁਣ ਅਸੀਂ ਗੱਲ ਕਰਦੇ ਹਾਂ ਵਿਪਨ ਗੁਪਤਾ ਜੀ ਨਾਲ, ਜਿਨ੍ਹਾਂ ਦੇ ਪਰਿਵਾਰ ਦੇ 6 ਬੱਚੇ IAS IPS ਹਨ। ਕੀ ਕਹਿਣਾ ਚਾਹੁੰਦੇ ਹਨ? ਹਾਂਜੀ ਵਿਪਨ ਜੀ, ਪਹਿਲਾਂ ਤਾਂ ਅਜੀਤ ਵੈਬ ਦੇ ਵਿੱਚ ਸਵਾਗਤ ਹੈ ਤੁਹਾਡਾ। ਧੰਨਵਾਦ ਰੋੜਾ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ। ਜਿਵੇਂ ਗੁਪਤਾ ਜੀ, ਇੱਕ ਲੱਗਦਾ ਹੁੰਦਾ ਵੀ ਪਰਿਵਾਰ ਦਾ ਜੇ ਇੱਕ ਬੱਚਾ ਵੀ ਮੰਨ ਲਓ UPSC ਜਾਂ ਕੋਈ ਹਾਇਰ ਪੋਸਟ ਤੇ ਪਹੁੰਚ ਜਾਂਦਾ ਸੀਗਾ, ਉਹ ਪਰਿਵਾਰ ਇੱਕ ਦੂਰੀ ਬਣਾ ਲੈਂਦਾ ਸੀਗਾ ਵੀ ਮੇਰਾ ਬੱਚਾ ਬਣ ਗਿਆ, ਕਿਸੇ ਹੋਰ ਦਾ ਬੱਚਾ ਨਾ ਬਣ ਜੇ। ਪਰ ਇੱਕ ਛੱਤ ਦੇ ਥੱਲੇ ਅੱਜ 6 ਬੱਚੇ, ਬੜੀ ਵੱਡੀ ਇੱਕ ਜਿਵੇਂ ਕਹਿੰਦੇ ਵੀ ਗਿਨੀਜ਼ ਬੁੱਕ ਦੇ ਵਿੱਚ ਰਿਕਾਰਡ ਦਰਜ ਕਰਨ ਵਾਲੀ ਗੱਲ ਹੈ ਵੀ 6 ਬੱਚਿਆਂ ਦਾ ਬਣਨਾ ਬਹੁਤ ਵੱਡੀ ਗੱਲ ਹੈ। ਤੁਹਾਨੂੰ ਕਿਵੇਂ ਲੱਗ ਰਿਹਾ? ਅਰੋੜਾ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਵੀ ਇਹ ਸੁਪਨਾ ਮੈਂ ਵੀ ਦੇਖਦਾ ਹੁੰਦਾ ਸੀ ਵੀ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਯਾਰ ਅਫਸਰ ਕਿਵੇਂ ਬਣਦੇ ਨੇ, ਅਖਬਾਰਾਂ 'ਚੋਂ ਪੜ੍ਹਨਾ, ਦੇਖਣਾ, ਹੈਰਾਨ ਹੋਣਾ, ਛੱਡ ਦੇਣਾ। ਫਿਰ ਤੁਹਾਡੇ ਵਾਲੀ ਗੱਲ ਦਾ ਜਵਾਬ ਉਸੇ ਦਿਨਾਂ ਵੀ ਜਿਹਦੇ ਬਣ ਜਾਂਦੇ, ਮੈਂ ਦੇਖਦਾ ਵੀ ਲੋਕ ਕਿਹੋ ਜਿਹੇ ਹੁੰਦੇ, ਇਹਨਾਂ ਦੇ ਮਾਂ ਪਿਓ ਕਿ ਉਹ ਮਿਲਦੇ ਰਹਿੰਦੇ ਨੇ, ਉਹਨੂੰ ਮਹਿਸੂਸ ਵੀ ਕਰਨਾ ਅਤੇ ਉਹ ਥੋੜ੍ਹੀਆਂ ਜਿਹੜੀਆਂ ਗੱਲਾਂ ਮਾੜੀਆਂ ਪੈਦਾ ਹੋ ਜਾਂਦੀਆਂ ਸੀ ਉਹਨਾਂ ਨੂੰ ਬੁਰਾ ਦਾ ਵੀ ਮਨਾਉਣਾ। ਤਾਂ ਫਿਰ ਇੱਕ ਸੁਪਨਾ ਬਣਾ ਲਿਆ ਵੀ ਯਾਰ ਆਪਦੇ ਬੱਚਿਆਂ ਰਾਹੀਂ ਇਹ ਸਾਰੀ ਗੱਲ ਪੂਰੀ ਕਰਾਂਗੇ। ਸੁਪਨੇ ਦੀ ਜਿਹੜੀ ਇਹ ਮਿਹਨਤ ਸ਼ੁਰੂ ਹੁੰਦੀ ਹੈ 2016 'ਚ। 2023 ਮਈ ਦੇ ਵਿੱਚ ਲਾਸਟ ਮੇਰੀ ਭਾਣਜੀ ਦਾ ਰਿਜ਼ਲਟ ਆਇਆ, ਜਿਹਦੇ ਵਿੱਚ ਮੇਰੀ ਭੈਣ ਦਾ ਸਹਿਯੋਗ, ਜੀਜਾ ਜੀ ਦਾ ਸਹਿਯੋਗ, ਮਾਤਾ ਪਿਤਾ ਦਾ, ਵਾਈਫ ਦਾ। ਤਾਂ ਅਸੀਂ ਸੁਪਨਾ ਪੂਰਾ ਕੀਤਾ ਬੱਚਿਆਂ ਰਾਹੀਂ। 4 ਬੱਚੇ ਫੈਮਿਲੀ 'ਚ ਬਣਾਏ। ਉਸ ਤੋਂ ਬਾਅਦ ਖੁਸ਼ਬੂ ਦੇ ਹਸਬੈਂਡ ਫੈਮਿਲੀ 'ਚ ਇੰਟਰ ਕੀਤੇ। ਉਸ ਤੋਂ ਬਾਅਦ ਗੌਤਮ ਦੀ ਵਾਈਫ ਇੰਟਰ ਕੀਤੀ। ਤਾਂ ਇਹ ਸਾਰਾ ਜਿਹੜਾ ਸੁਪਨਾ ਹੈਗਾ, ਬਿਲਕੁਲ ਨੋ ਡਾਊਟ, ਇਹ ਬਹੁਤ ਮੈਨੂੰ ਵੀ ਪਤਾ ਵੀ ਇੰਡੀਅਨ ਲੈਵਲ ਦੀ ਪ੍ਰਾਪਤੀ ਹੈ। ਤਾਂ ਉਹਦੇ ਵਿੱਚੋਂ ਇਹਨੂੰ ਵੱਡਾ ਮੰਨ ਲਓ, ਛੋਟਾ ਮੰਨ ਲਓ, ਮੈਂ ਤਾਂ ਇਹਨੂੰ ਆਈ ਲੈ ਕੇ ਚੱਲਦਾ ਅੱਜ ਵੀ ਇਹ ਸਮਾਜ ਨੂੰ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਬਣ ਜਾਂਦੇ ਨੇ, ਉਹ ਹੁਣ ਡਿਊਟੀ ਹੋਰ ਡਬਲ ਟ੍ਰਿਪਲ ਵੱਧ ਗਈ ਵੀ ਅਸੀਂ ਨਿਚਲੇ ਜਿਨ੍ਹਾਂ ਦੇ ਬਣੇ ਨਹੀਂ, ਜਿਨ੍ਹਾਂ ਨੂੰ ਨੌਕਰੀ ਲੱਗੀ, ਉਹਨੂੰ ਨਾਲ ਲੈ ਕੇ ਚੱਲੀਏ। ਮੇਰਾ ਸੁਪਨਾ ਇਹ ਹੈ ਅਤੇ ਮੈਂ ਖੁਸ਼ੀ ਵੀ ਬੱਚਿਆਂ ਰਾਹੀਂ ਇਹੀ ਆਪਣੀ ਅੱਗੇ ਵਧਾਉਣੀ ਚਾਹੁੰਦਾ। ਜਿਸ ਤਰ੍ਹਾਂ ਗੁਪਤਾ ਜੀ ਜ਼ਮੀਨ ਦੇ ਉੱਪਰੋਂ ਪੈਰ ਚੱਕ ਲਏ ਜਾਂਦੇ ਸੀਗੇ, ਜਿਸ ਤਰ੍ਹਾਂ ਅੱਜ ਮਤਲਬ ਇੱਥੇ ਖੁਸ਼ਬੂ ਜੀ ਆਏ ਹੋਏ ਆ ਜਾਂ 6 ਬੱਚੇ ਆਏ ਹੋਏ ਆ, ਤਾਂ ਪਰਿਵਾਰ ਦੀ ਇੱਕ ਕੋਸ਼ਿਸ਼ ਰਹਿੰਦੀ ਹੈ, ਜਿਵੇਂ ਆਮ ਦੇਖਣ ਨੂੰ ਮਿਲਿਆ ਵੀ IAS IPS ਦੀ ਜਿਹੜੀ ਤਿਆਰੀ ਕਰ ਰਹੇ ਆ UPSC ਦੀ, ਉਹਨਾਂ ਨੂੰ ਆਪਣੇ 6 ਦੇ 6 ਬੱਚੇ ਜਿਹੜੇ ਹੈਗੇ ਵੀ ਟੱਚ ਰਹਿੰਦੇ ਆ ਉਹਨਾਂ ਨਾਲ, ਉਹਨਾਂ ਨੂੰ ਜਾ ਕੇ ਗਾਈਡ ਵੀ ਕਰਦੇ ਆ। ਪਰ ਇਹ ਦੂਜੇ ਪਰਿਵਾਰਾਂ ਦੇ ਵਿੱਚ ਨਹੀਂ ਦੇਖਣ ਨੂੰ ਮਿਲਿਆ ਸੀਗਾ, ਅੱਜ ਇਸ ਪਰਿਵਾਰ ਦੇ ਵੀ ਦੇਖਣ ਨੂੰ ਮਿਲ ਰਿਹਾ। ਕੀ ਕਹਿਣਾ? ਬਿਲਕੁਲ ਜੀ, ਅੱਜ 2 ਸਕੂਲਾਂ 'ਚ, ਗੌਰਮੈਂਟ ਸਕੂਲਾਂ 'ਚ ਵਿਜ਼ਿਟ ਕੀਤਾ ਬੱਚਿਆਂ ਨੇ, ਅਸੀਂ ਨਾਲ ਸੀਗੇ ਇਹਨਾਂ ਦੇ। ਤਾਂ ਵਿਸ਼ਾ ਉੱਥੇ ਵੀ ਇਹੀ ਸੀ ਵੀ ਬੱਚੇ ਮਾਂ ਪਿਓ ਨਾਲ ਅਫਸਰ ਬਣ ਕੇ ਜਾਂ ਕਿਸੇ ਵੀ ਨੌਕਰੀ 'ਤੇ ਕਿੰਨਾ ਜੁੜੇ ਰਹਿੰਦੇ ਨੇ। ਅਤੇ ਮੈਂ ਅੱਜ ਤੱਕ ਟਿਲ ਨਾਓ ਗਰੰਟੀ ਦਿੰਦਾ ਵੀ ਪੂਰੇ ਜੁੜੇ ਹੋਏ ਆ ਪਰਿਵਾਰ ਨਾਲ, ਸਮਾਜ ਨਾਲ, ਜਾਂ ਜਿਨ੍ਹਾਂ ਨੂੰ ਇਹਨਾਂ ਪ੍ਰਤੀ ਪੜ੍ਹਾਈ ਪ੍ਰਤੀ ਲੋੜ ਹੈ। ਮੈਂ ਇਸ ਗੱਲ ਨੂੰ ਬਹੁਤ ਹੀ ਵਧੀਆ ਸਮਾਜ ਦਾ ਵੀ ਧੰਨਵਾਦ ਕਰਦਾ ਵੀ ਮੇਰਾ ਸਮਾਜ ਬਹੁਤ ਜ਼ਿਆਦਾ ਇਸ ਗੱਲ ਦਾ ਸਾਥ ਵੀ ਦੇ ਰਿਹਾ। ਜ਼ਮੀਨ 'ਤੇ ਪੈਰ ਸਾਡੇ ਸਾਰਿਆਂ ਦੇ ਲੱਗਿਆ ਅਤੇ ਲੱਗੇ ਰਹਿਣਗੇ। ਜਿਵੇਂ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਵੀ ਸਾਡੇ ਬੱਚੇ ਜਿਹੜੇ ਹੈਗੇ ਸਾਡੇ ਨਾਲ ਵੀ ਉਚਾਈ ਦੇ ਉੱਪਰ ਪਹੁੰਚਣ ਤੇ ਜਿਹੜਾ ਨਾਮ ਰੋਸ਼ਨ ਕਰਨ। ਅੱਜ ਜਿਹੜਾ ਹੈਗਾ ਮਾਂ ਬਾਪ ਲਈ ਜਿਹੜਾ ਹੈਗਾ ਬੜੀ ਵੱਡੀ ਇੱਕ ਖੁਸ਼ੀ ਦੀ ਗੱਲ ਹੈ। ਤੇ ਜਿਹੜੇ 6 ਬੱਚੇ ਇੱਕ ਛੱਤ ਦੇ ਥੱਲੇ ਜਿਹੜੇ ਹੈਗੇ IAS IPS ਬਣ ਕੇ ਆਏ ਹੈ, ਤੇ ਆਪਾਂ ਗੱਲ ਵੀ ਕੀਤੀ ਹੈ, ਵਿਪਨ ਗੁਪਤਾ ਜੀ ਨਾਲ ਵੀ ਗੱਲ ਕੀਤੀ ਹੈ, ਤੇ ਇਹਨਾਂ ਦੇ ਮਦਰ ਨਾਲ ਵੀ ਗੱਲ ਕਰ ਰਹੇ ਹਾਂ ਵੀ ਕੀ ਕਹਿਣਾ ਚਾਹੁੰਦੇ ਹੈ ਤੇ ਕਿਸ ਤਰ੍ਹਾਂ ਖੁਸ਼ੀ ਦਾ ਮਾਹੌਲ ਹੈ। ਹਾਂਜੀ, ਪਹਿਲਾਂ ਤਾਂ ਅਜੀਤ ਵੈਬ ਤੇ ਤੁਹਾਡਾ ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇੱਕ ਪਰਿਵਾਰ ਦੇ ਵਿੱਚ 6 ਬੱਚੇ ਬਣ ਚੁੱਕੇ ਹੈ? ਬਸ ਸਾਨੂੰ ਬਹੁਤ ਖੁਸ਼ੀ ਹੋਈ। ਇਹੀ ਚਾਹੁੰਦੇ ਹਾਂ ਵੀ ਸਾਰੇ ਬੱਚੇ ਐਂ ਤਰੱਕੀਆਂ ਕਰਨ ਤੇ ਅਗਾਂਹ ਵਧਣ। ਠੀਕ ਹੈ।
ਅਸੀਂ ਜਿਸ ਤਰ੍ਹਾਂ ਕਿ ਇਹਨਾਂ ਬੱਚਿਆਂ ਨਾਲ ਗੱਲ ਕੀਤੀ ਹੈ ਵੀ ਕਿਸ ਤਰ੍ਹਾਂ ਇਸ ਮੁਕਾਮ ਤੱਕ ਪਹੁੰਚੇ ਤੇ ਕੀ ਇਹਨਾਂ ਨੇ ਬੱਚਿਆਂ ਨੇ ਜਿਹੜਾ ਹੈਗਾ ਨੌਜਵਾਨ ਪੀੜ੍ਹੀ ਨੂੰ ਵੀ ਸੰਦੇਸ਼ ਦਿੱਤਾ ਹੈ, ਤੇ ਆਪਾਂ ਮੇਨ ਜਿਹੜੀ ਗੱਲ ਕੀਤੀ ਹੈ ਇਸ ਬੱਚਿਆਂ ਦੇ ਜਿਹੜੇ ਰੋਲ ਮਾਡਲ ਜਿਹੜੇ ਕਿ ਨਾਰੀ ਸ਼ਕਤੀ, ਜਿਵੇਂ ਕਹਿੰਦੇ ਆ ਵੀ ਹਰੇਕ ਕਾਮਯਾਬੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ, ਪਰ ਇਸ ਪਰਿਵਾਰ ਦੇ ਜਿਹੜੇ ਬੱਚਿਆਂ ਦੀ ਕਾਮਯਾਬੀ ਦੇ ਪਿੱਛੇ ਜਿਹੜਾ ਹੈਗਾ ਵੀ ਮਧੂਮਿਤਾ ਗੋਇਲ ਉਹਨਾਂ ਦਾ ਹੱਥ ਹੈ। ਤੇ ਉਹਨਾਂ ਨਾਲ ਗੱਲ ਵੀ ਕੀਤੀ ਹੈ, ਉਹਨਾਂ ਨੇ ਕਿਹਾ ਵੀ ਪਰਿਵਾਰ ਦਾ ਜਿਹੜਾ এনवायरमेंट, ਬੱਚਿਆਂ ਦੀ ਪੜ੍ਹਾਈ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਹੈ। ਜਿਹੜੇ ਬੱਚੇ ਇੱਥੇ ਹੀ ਰਹਿ ਕੇ ਆਪਣਾ ਜਿਹੜਾ ਨਾਮ ਰੋਸ਼ਨ ਕਰ ਸਕਦੇ ਆ, ਜ਼ਰੂਰੀ ਨਹੀਂ ਹੈਗਾ ਵਿਦੇਸ਼ਾਂ ਦੇ ਵਿੱਚ ਜਾ ਕੇ ਹੀ ਤੁਸੀਂ ਉਹ ਕਰਨਾ ਹੈ। ਤੇ ਆਪਾਂ ਜਿਹੜਾ ਹੈਗਾ ਗੱਲ ਕੀਤੀ ਹੈ, ਬੜਾ ਵਧੀਆ ਇਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਇੱਕ ਸੰਦੇਸ਼ ਵੀ ਦਿੱਤਾ ਹੈ। ਅਜੀਤ ਵੈਬ ਬਰਨਾਲਾ ਤੋਂ ਨਰਿੰਦਰ ਅਰੋੜਾ ਦੀ ਰਿਪੋਰਟ।